सो आ क्वेश्चन है अपना जो करना आप देखो लीनियर मोमेंटम का ना एक बड़ा इंटरेस्टिंग जिहा मामला है क्योंकि तुसी वैक्टर्स कर चुके हो तो आप देखा लीनियर मोमेंटम ਨੂੰ जो कंजर्व करना है तो मान लो तो अलग अलग अगर बॉडी के कोई सिस्टम के पार्ट्स ने उन्हों का वैक्टर सम जो होंगे इट कैन गो अप टू पी एन दैट इज 0 एंड वैक्टर सम इट इज नॉट सिंपल सम एंड वैक्टर सम के लिए तुसी देखो मैं देखा आप कि अगर कोई 3 या 4 वैक्टर्स या 5 वैक्टर्स का सम 0 होता है हाँ तो किस किस तरह आप डायग्राम से भी रिप्रेजेंट किया फोर्सिस जो 3 फोर्सिस की गल की थी दैट दे आर इन इक्विलिब्रियम है ना क्योंकि दे आर इन इक्विलिब्रियम इफ देयर वैक्टर सम इज 0 बेसिकली तो इसी तरह आप मोमेंटम बारे भी गल करते हैं कि मोमेंटम जो होता है भी वो इस तरह होता है जिवें कि मान लो जो कोई बंब भी फटता है ना जिवें आप गल की मान लो कोई बंब है ये बंब जो है मान लो ਇਹਦਾ ਮਾਸ ਹੈ टोटल 7m मान लो 7m जानबूझ के मान लिया मैं वैसे ही ये भावें ਹੁਣ ਰੈਸਟ ਵਿੱਚ ਹੈ ਸਿਸਟਮ ਦੇ ਵਿੱਚ ਦੇਖੋ ਇਹਦੇ ਵਿੱਚ ਕੀ ਐਕਸਟਰਨਲ ਫੋਰਸ ਥੋੜੀ ਲਾ ਰਹੇ ਆਪਾਂ ਹਨਾ ਉਹ ਆਪਣੇ ਆਪ ਸਿਸਟਮ ਦੇ ਅੰਦਰੋਂ ਉਹਦੇ ਆਪਣੇ ਪਾਰਟਸ ਹੀ ਟੁੱਟਣੇ ਆ ਬੰਬ ਹੈ ਇੱਕ ਤੇ ਇਹਦਾ ਜਿਹੜਾ ਬੰਬ ਦਾ ਇਹਦੇ ਟੁਕੜੇ ਹੋਣਗੇ ਇਹਦੇ ਟੁਕੜੇ ਅਲੱਗ-ਅਲੱਗ ਮਾਸਿਸ ਦੇ ਹੋਣਗੇ ਜ਼ਰੂਰੀ ਨਹੀਂ ਕਿ ਬਰਾਬਰ ਹੋਣਗੇ ਬੰਬ ਹੈ ਉਹ ਕਿਹੜਾ ਪੁੱਛ ਕੇ ਫਟ ਰਿਹਾ ਵੀ ਮੈਂ ਇੰਨੇ ਚ ਹੋਇਆ ਇੰਨੇ ਚ ਹਨਾ ਤੇ ਬੰਬ 7m मान लो 7m ਚੋਂ ਇੱਕ m ਟੁਕੜਾ ਇਹਦਾ ਟੁੱਟ ਕੇ ਇਧਰ ਨੂੰ ਜਾਂਦਾ ਆ ਜਸਟ ਤੇ ਕਿਸੇ ਵੈਲੋਸਿਟੀ ਨਾਲ ਜਾਂਦਾ ਆ ਤੇ ਇੱਕ ਇਹਦਾ ਮੰਨ ਲਓ 2m ਟੁਕੜਾ ਜਿਹੜਾ ਆ ਉਹ ਇਧਰ ਨੂੰ ਜਾਂਦਾ ਆ ਕਿਸੇ ਵੈਲੋਸਿਟੀ ਨਾਲ ਠੀਕ ਆ ਤਾਂ ਇਹ ਚੋਂ ਤੁਹਾਨੂੰ ਪਤਾ ਕਦੇ ਵੀ ਹੁਣ ਮੈਂ ਜਿਵੇਂ ਐਗਜ਼ਾਮਪਲ ਤੁਹਾਡੇ ਸਾਹਮਣੇ ਬਣਾਈ ਹੈ ਕਦੇ ਵੀ ਇਹਦਾ ਕੋਈ ਇਹ ਨਹੀਂ ਹੋ ਸਕਦਾ ਕਿ 7m ਵਿੱਚੋਂ ਹੁਣ 3m ਦਾ ਜਾਂ 4m ਜਿਹੜਾ ਟੁਕੜਾ ਉਹ ਇੱਧਰ ਜਾਵੇ ਹੋ ਹੀ ਨਹੀਂ ਸਕਦਾ ਕਿਉਂਕਿ ਇਹ ਤਿੰਨੋਂ ਕਦੀ ਵੀ ਜੁੜ ਕੇ 0 ਨਹੀਂ ਬਣਾ ਸਕਦੇ ਨਾ ਇਹਨਾਂ ਨਾਲ ਪੱਕੀ ਗੱਲ ਜੇ ਅੱਗੇ ਨੂੰ ਜਾ ਰਹੇ ਆ ਦੋ ਟੁਕੜੇ ਇਧਰ ਨੂੰ ਤਾਂ ਇਹਨਾਂ ਦੋਨਾਂ ਦਾ ਜਿੱਥੇ ਵੀ ਮੈਂ ਲਗਭਗ ਅੰਦਾਜ਼ੇ ਨਾਲ ਦੱਸ ਰਿਹਾ ਕਿ ਅਗਰ ਇਸ ਦਾ ਤੇ ਇਸ ਦਾ ਮੈਂ ਵੈਕਟਰ ਸਮ ਕਰੂੰਗਾ ਤਾਂ ਬੇਸਿਕਲੀ ਇਧਰ ਨੂੰ ਆਏਗਾ ਨਾ ਤਾਂ ਇੱਕ ਟੁਕੜੇ ਨੂੰ ਇਧਰੋਂ ਇੱਧਰ ਵੀ ਜਾਣਾ ਹੀ ਪਏਗਾ ਸੋ ਦੈਟ ਕਿ ਉਹ ਟੋਟਲ ਜਿਹੜਾ ਹੈ ਸਾਰਿਆਂ ਦੀ ਵੈਲੋਸਿਟੀਜ਼ ਤੇ ਮਾਸਿਸ ਨੂੰ ਮਲਟੀਪਲਾਈ ਕਰਕੇ ਜੋ ਮੋਮੈਂਟਮ ਵੈਕਟਰ ਬਣਨਗੇ ਤਿੰਨੋਂ ਉਹਨਾਂ ਦਾ ਵੈਕਟਰ ਸਮ ਕੀ ਹੋਏਗਾ 0 ਕਿਉਂਕਿ ਇਨੀਸ਼ੀਅਲ ਮੋਮੈਂਟਮ ਬਿਫੋਰ ਐਕਸਪਲੋਜ਼ਨ ਕੀ ਸੀਗਾ 0 हाँ 0 मोमेंटम सीगा क्योंकि बम शुरू च बिल्कुल रेस्ट ते सीगा सब कुछ रेस्ट ते सीगा हुण टुट गया टुकड़ियां च ते सिस्टम दे जेहड़े टुकड़े ने कल्ले कल्ले टुकड़े दा मोमेंटम जेहड़ा वो ऐड करके वेक्टर सम 0 होना चाहिए है ते ए चलो ये बम वाला क्वेश्चन तो देखांगे पहला पा देख लिया की है व्हाट इज इट अबाउट अ ट्रक हैज इतना मास ट्रैवलिंग एट इतना मीटर पर सेकंड कोई प्रॉब्लम नहीं है ऐसा ही सिस्टम चल रहा है बड़ा बढ़िया collides with another truck of half of its mass so एक ट्रक ਜਿਹੜਾ ਹੈਗਾ ਜਿਹਦਾ ਹੈਗਾ ਮਾਸ ਇੰਨਾ ਤੇ ਜਿਹੜਾ ਚੱਲ ਰਿਹਾ ਇੰਨੀ ਵੈਲੋਸਿਟੀ ਦੇ ਨਾਲ ਤੇ ਅੱਗੇ ਇੱਕ ਟਰੱਕ ਹੋਰ ਆ ਤੇ ਉਸ ਟਰੱਕ ਦਾ ਮਾਸ ਕਿੰਨਾ ਆ ਹਾਫ ਹੋਦਾ ਹੈ ਉਹ ਚੱਲ ਰਿਹਾ ਵਿਦ ਵੈਲੋਸਿਟੀ ਇੰਨਾ ਇਨ ਆਪੋਜ਼ਿਟ ਡਾਇਰੈਕਸ਼ਨ ਇੱਧਰ ਨੂੰ ਚੱਲ ਰਿਹਾ ਉਹ ਯੈਸ ਸਰ 0.4 ਕਿੰਨਾ ਇੰਟਰਸਟਿੰਗ ਹੈ ਉਹਦਾ ਆਪੋਜ਼ਿਟ ਹੋ ਗਿਆ ਇਹਦਾ ਇਧਰ ਨੂੰ ਵਾਪਸ ਇਹਨਾਂ ਵਿੱਚ ਟੱਕਰ ਨਹੀਂ ਹੈ ਇਫ ਦਾ ਟਰੱਕ ਕਪਲ ਆਟੋਮੈਟਿਕਲੀ ਔਨ ਕੋਲੀਜ਼ਨ ਮਤਲਬ ਆਪਸ ਚ ਟੱਕਰ ਹੋਈ ਤੇ ਚਿੰਬੜ ਗਏ ਦੋਨੋਂ ਟਰੱਕ ठीक है सो आप बिफोर कोलिजन है आफ्टर कोलिजन क्या है ये दोनों आपस इकट्ठे एक कोई बॉडी बन के 3 × 10⁴ आ गए ठीक है ਤੇ ਉਹ ਕਹਿੰਦੇ ਕੈਲਕੂਲੇਟ ਦਾ ਕਾਮਨ ਵੈਲੋਸਿਟੀ ਵਿਦ ਦੇ ਮੂਵ ਹੁਣ ਇਹਨਾਂ ਦੇ ਟੱਕਰ ਹੋਣ ਤੋਂ ਬਾਅਦ ਕਾਮਨ ਵੈਲੋਸਿਟੀ ਕਿਹੜੀ ਹੋਏਗੀ ਜਿਹਦੇ ਨਾਲ ਇਹ ਮੂਵ ਕਰਨਗੇ ਸੋ ਸਭ ਤੋਂ ਪਹਿਲਾਂ ਇਹਦਾ ਮੋਮੈਂਟਮ ਵੰਡ ਲਓ ਸੌਰੀ ਵੰਡ ਲਓ ਨਹੀਂ ਅਲੱਗ-ਅਲੱਗ ਕੰਸੀਡਰ ਕਰ ਲਓ ਇਹਨੂੰ ਐ ਅਲੱਗ ਕਰ ਲਓ ਉਹਨੂੰ ਅਲੱਗ ਕਰ ਉੱਪਰ ਵਾਲੇ ਸਿਸਟਮ ਦੇ ਵਿੱਚ ਪਹਿਲਾ ਮੋਮੈਂਟਮ ਦੇਖੀਏ ਬਿਫੋਰ ਕੋਲਿਜਨ ਕਿੰਨਾ ਹੈ ਹੁਣ ਤੁਹਾਨੂੰ ਪਹਿਲੇ ਟਰੱਕ ਦਾ ਮੋਮੈਂਟਮ ਮੰਨ ਲਓ p1 ਵੈਕਟਰ ਹੈ ਤੇ p1 ਵੈਕਟਰ ਹੈ ਤੇ ਉਦੋਂ ਦਾ ਵੈਲੋਸਿਟੀ ਦੀ ਡਾਇਰੈਕਸ਼ਨ ਚ ਹੁੰਦਾ ਮੋਮੈਂਟਮ ਤਾਂ ਇਹਨੂੰ ਅੱਧੇ ਨੂੰ ਇਹਦਾ ਗੁਣਾ ਕਰੋਗੇ ਕਿੰਨਾ ਬਣੇਗਾ 10⁴ ਆਈ ਬਣੇਗਾ यस सर वो 1 हो जाएगा इस डायरेक्शन चा p1 वेक्टर दूजे ट्रक दा मोमेंटम कितना आएगा 0.4 × 10⁴ है ना यस सर किधर नु होएगा सर अपोजिट डायरेक्शन च एक मिनट ਇਹਦੀ opposite direction ਚ ਹੋਏਗਾ p2 ਹੁਣ ਇਹਨਾਂ ਦੋਨਾਂ ਨੂੰ ਜੋੜਨਾ ਹੈ ਤੁਸੀਂ ਬਿਫੋਰ ਜਿਹੜਾ ਮੋਮੈਂਟਮ ਆ ਤਾਂ ਬੇਸਿਕਲੀ ਤੁਹਾਡਾ ਬਿਫੋਰ ਕੋਲਿਜਨ p1 ਵੈਕਟਰ प्लस p2 वेक्टर ਜਿਹੜਾ ਹੋਏਗਾ ਉਹ ਪਹਿਲਾਂ ਤਾਂ ਦੱਸੋ ਦੋਨਾਂ ਨੂੰ ਜੋੜੋਗੇ ਤਾਂ ਸਿੱਧਾ ਹੀ ਤੁਸੀਂ ਇਹਨਾਂ ਦੇ ਮੈਗਨੀਟਿਊਡ ਨੂੰ ਸਬਟ੍ਰੈਕਟ ਕਰਕੇ ਲਿਖ ਸਕਦੇ ਹੋ ਨਾ यस सर लिख सकते हैं ਤੁਸੀਂ ਨਹੀਂ ਤਾਂ ਉਹ ਲਾਣ ਲੱਗ ਜਾਓਗੇ ਫਾਰਮੂਲਾ ਪੈਰਲਲੋਗ੍ਰਾਮ ਲੱਗ ਜਾਣਾ ਹੈ
ਆਇਆ ਨਵਾਂ ਕਰਕੇ ਦੇਖ ਲਿਓ, ਜੇ ਨਹੀਂ ਪਤਾ ਲੱਗਿਆ ਮੈਨੂੰ ਹੁਣੇ ਪੁੱਛ ਲਿਓ ਜਾਏ। ਸੋ ਮੈਂ ਤਾਂ ਸਿੱਧਾ ਹੀ ਕਹਿ ਰਿਹਾ, ਮੈਨੂੰ ਜੇ ਇੱਧਰ ਨੂੰ 10 ਨਿਊਟਨ ਹੈ, ਇੱਧਰ ਨੂੰ 5 ਨਿਊਟਨ ਆਪਾਂ ਕਹਿ ਦਿੰਦੇ, ਇੱਧਰ ਨੂੰ 5 ਨਿਊਟਨ ਆ, ਤਾਂ ਉਹੀ ਕਰਨ ਜਾ ਰਿਹਾ ਮੈਂ। ਇੱਧਰ P1 ਇੱਧਰ ਆ, P2 ਦਾ ਜ਼ਿਆਦਾ ਕਿਹੜਾ ਆ? P1। ਤਾਂ P1 ਦੀ ਦਿਸ਼ਾ ਦੇ ਵਿੱਚ ਹੋਏਗਾ, ਯਾਨੀ ਇੱਧਰੋਂ ਇੱਧਰ ਨੂੰ ਹੋਏਗਾ, ਤੇ ਹੋਏਗਾ ਕਿੰਨਾ? ਮਾਈਨਸ ਕੀਤਾ 0.6 into 10⁴। ਆ ਆਪਣਾ ਮੋਮੈਂਟਮ ਆਇਆ, ਇਹ ਇਸ ਦਿਸ਼ਾ ਚ ਆਇਆ, ਜਸਟ ਮੈਂ ਉਦਾਂ ਸਮਝਾ ਰਿਹਾ ਤੁਹਾਨੂੰ, ਠੀਕ ਹੈ। ਤੁਸੀਂ ਉੱਤੇ ਲਿਖ ਦੋਗੇ 0.6 × 10⁴ ਕਿਲੋਗ੍ਰਾਮ ਇਨ ਦਾ ਡਾਇਰੈਕਸ਼ਨ ਆਫ ਦਾ ਫਸਟ ਟਰੱਕ, ਹਾਂ, ਦਾ ਹੈਵੀਅਰ ਟਰੱਕ ਯੂ ਕੈਨ ਸੇ, ਹੈ ਨਾ, ਐਵੇਂ ਕਹਿ ਸਕਦੇ। ਹੁਣ ਆ ਮੋਮੈਂਟਮ ਇਸ ਦਿਸ਼ਾ ਚ ਆਇਆ, ਤਾਂ ਆ ਮੋਮੈਂਟਮ ਜਿਹੜਾ ਇਹਦਾ ਆਣਾ ਚਾਹੀਦਾ, ਇਹ ਵੀ ਕਿਹੜੀ ਦਿਸ਼ਾ ਚ ਆਣਾ ਚਾਹੀਦਾ ਹੈ? ਤੋਂ ਬਾਅਦ ਇੱਧਰ ਹੀ ਆਏਗਾ ਸਰ। ਬਿਲਕੁਲ ਇੱਧਰ ਹੀ ਰਹੇਗਾ ਨਾ। ਯੈਸ ਸਰ। ਇੱਧਰ ਨੂੰ ਹੀ, ਪਰ ਕਿੰਨੀ ਇਹ ਪਤਾ ਕਰਨੀ ਹੈ। ਤੇ ਹੋਣੀ ਕਿੰਨੀ ਚਾਹੀਦੀ ਹੈ ਕਿ ਇਹਦਾ ਜਿਹੜਾ ਮਾਸ ਹੈ ਤੇ ਇਹਦੀ ਵੈਲੋਸਿਟੀ ਗੁਣਾ ਕਰਕੇ ਕਿੰਨਾ ਬਣੇ, ਜਿੰਨਾ ਪਹਿਲਾ ਮੋਮੈਂਟਮ ਸੀਗਾ, ਹਨਾ। ਸੋ ਇਹਦਾ ਮਤਲਬ 3 × 10⁴ ਗੁਣਾ 20, ਇਹ ਬਰਾਬਰ ਹੋਣਾ ਚਾਹੀਦਾ ਕਿੰਨੇ? ਉਹਦੇ ਜਿੰਨਾ ਪਹਿਲਾਂ ਸੀ। ਤੇ ਆ ਇਹਦੇ ਨਾਲ ਆ ਕੱਟ ਦੋ, ਵੈਲੋਸਿਟੀ ਆਉਗੀ 0.6 ਬਟਾ 3.2 0.2 ਮੀਟਰ 0.2 ਮੀਟਰ ਪਰ ਸੈਕਿੰਡ। ਠੀਕ ਹੈ ਨਾ, ਸਿੱਧਾ ਸਿੱਧਾ ਦੇਖੀਦਾ ਹੁੰਦਾ। ਆਪਣੇ ਆਪ ਵੈਕਟਰ ਨੂੰ ਥੋੜਾ ਹੁਣ ਰਫਲੀ ਯੂਜ਼ ਕਰਨਾ ਵੀ ਸਿੱਖੋ, ਕਿ ਤੁਹਾਨੂੰ ਪਤਾ ਹੀ ਹੋਵੇ ਆ ਲਿਖਣਾ ਆ। ਬੱਚੇ ਫਿਰ ਆਈ ਕੈਪ ਜੇ ਕੈਪ ਦੇ ਚੱਕਰ 'ਚ ਨਹੀਂ ਪੈਂਦੇ। ਬੱਚੇ ਕਹਿੰਦੇ ਆਹ ਦੇਖੋ ਜੀ ਐ ਹੈਗਾ, ਤੁਸੀਂ ਸਿੱਧਾ ਸਿੱਧਾ ਜਵਾਬ ਦੇਣਾ ਵਾ ਇੰਨਾ ਮੋਮੈਂਟਮ in the direction of heavier truck, that's it, because the momentum vectors P1 and P2 are opposite to each other, clear है। आ डायग्राम बना दिया करो नाल, इन्ना के देखो आ जिन्हें बनाया होगा ना, इन्ना के उत्थे पेपर दे विच सब्जेक्टिव दे विच न्यूमेरिकल दे सॉल्व करदे, जिन्हें आ बनाया होगा ते आ नाल बना के थोड़ा शो किया होगा, और टीचर नूं पता लग जाना भी इनू आंदा, उहने आ थोड़ी सारी ऊपर लिखी हुई वाल कई बार ध्यान भी नहीं दिंदा, वो सीधा देखेगा आ इक्वेशन ते कहेगा हाँ फिर ठीक ही है, पूरे फुल मार्क देके जाएगा टीचर। ਤੁਸੀਂ ਕੀ ਕਰਦੇ ਹੋ? टीचर भी ऐसी तैसी फेर दिंदे हो, ਉਹਨੂੰ इरिटेट ही कर दिंदे हो, पता नहीं की लिख के। सो ध्यान रखियो ना चीज़ों का। ਉਹਦਾ क्वेश्चन देखिए कितने गया बंब वाला भी। लो जी, a bomb at rest, आई सी ना सवाल तेरा? आई याद आ गया मैनूं, आई। कई बार मैं ग्रुप दे विच नहीं भी ऑनलाइन हुंदा ना ज़्यादा, तुसीं अपना चले आई जाया करो, जो क्वेश्चन भेजी जाया करो, मैं बाद जो फ्री हुंदा उदों देख लैंदा हुंदा। ये ना सोचा करो कि मैं एक्टिव नहीं है, तुसीं भी एक्टिव ना रहो, आराम नाल अपनी प्रॉब्लम्स भेजो, सब कुछ भेजो। देखो डिस्कस तां ही हुंदा है। हुण राजवीर ने भेजिया तां अज आपां इहनूं डिस्कस कर रहे हैं, नहीं भेजोगे कुछ नहीं। और पीयूष ने कल मैंने भेजिया तां अज आपां डिस्कस कर लिया, कुछ गल्लां पता लग गईयां, होर भी नवीं चीज़ां एक्सपीरियंस हो जांदा आपां नूं। लो जी, a bomb at rest explodes into 3 fragments of equal masses. 2 fragments fly off at right angles to each other. 2 fragments with velocities 9 and 12। ਤੇ ਆਪਾਂ ਨੂੰ ਹੁਣ ਬੰਬ ਦਾ ਪਤਾ ਹੀ ਨਹੀਂ ਆ ਕਿ ਉਹਦਾ ਜਿਹੜਾ ਟੋਟਲ ਕੀ ਹੈ, ਮਤਲਬ ਜਿਹੜਾ ਮਾਸ ਕਿੰਨਾ ਹੈ ਉਹਦਾ। ਆਪਾਂ ਨੂੰ ਉਹਨਾਂ ਨੇ ਕਿਹਾ ਕੈਲਕੂਲੇਟ ਦਾ ਸਪੀਡ ਆਫ ਥਰਡ ਫ੍ਰੈਗਮੈਂਟਸ, ਨਹੀਂ ਉਹਨਾਂ ਨੇ ਕਿਹਾ ਤਾਂ ਨਹੀਂ, ਓ ਸੌਰੀ ਕਿਹਾ ਵਾ 3 ਫ੍ਰੈਗਮੈਂਟਸ ਆਫ ਇਕੁਅਲ ਮਾਸਿਸ। ਠੀਕ ਹੈ। ਸੋ ਬੰਬ ਦਾ ਟੋਟਲ ਮਾਸ ਤੁਸੀਂ ਕਿੰਨਾ ਲੈ ਲਓ? 3m। तो एट रेस्ट है तो बिफोर एक्सप्लोजन जेड़ा ओदी मोमेंटम कितना है? टोटल मोमेंटम 0। ते आफ्टर की हुंदा है, एक एदा टुकड़ा m जांदा है इधर नू, मान लो 9 ते एक टुकड़ा एदा जांदा है बिल्कुल ओदे परपेंडिकुलर इधर नू 12 ਤੇ। ਹੁਣ ਮੈਂ ਤੁਹਾਨੂੰ ਕਿਹਾ ਤੀਜਾ ਟੁਕੜਾ ਇੱਧਰ ਕਿਤੇ ਵੀ ਨਹੀਂ ਜਾ ਸਕਦਾ, ਕਿਉਂਕਿ ਉਹਨੂੰ ਬੈਲੈਂਸ ਕਰਨਾ ਨਾ, ਉਹਨੂੰ ਬਸ ਲਈ ਇੱਥੇ ਕਿਤੇ ਜਾਣਾ ਪਏਗਾ, ਇੱਧਰ ਕਿਤੇ। ਉਹਨਾਂ ਦੋਨਾਂ ਦੇ ਰਿਜ਼ਲਟੈਂਟ ਦੇ ਆਪੋਜ਼ਿਟ, ਵੈਲੋਸਿਟੀ ਦੇ ਰਿਜ਼ਲਟੈਂਟ ਨਹੀਂ ਬਲਕਿ ਮੋਮੈਂਟਮ ਦੇ। ਚਲੋ ਦੇਖਦੇ ਆ ਵੀ ਐਮ ਹੈ। ਸੋ ਇਹਦਾ ਜਿਹੜਾ ਜਿਸ ਤਰ੍ਹਾਂ ਅਦਿਤੀ ਨੇ ਕੀਤਾ ਬਹੁਤ ਵਧੀਆ ਸ਼ੋ ਕੀਤਾ ਹੈ, ਬਹੁਤ ਵਧੀਆ ਉਹਨੂੰ ਕੀਤਾ ਹੈ ਉਹਨੇ ਆਲਰੇਡੀ। ਤੇ ਉਹੀ ਮੈਥਡ ਆਪਾਂ ਲੈ ਕੇ ਚੱਲ ਸਕਦੇ, ਕੋਈ ਗੱਲ ਨਹੀਂ। ਜਿਵੇਂ 9 ਹੈ, ਇਹਨੂੰ 9 आई कैप कहता ਉਹਨੇ, ਇਹਨੂੰ 12 जे कैप कहता जस्ट, क्योंकि ਤੁਸੀਂ 2 परपेंडिकुलर डायरेक्शन में लिख लिया। ਹੁਣ ਇਹਦੀ डायरेक्शन ਮੈਨੂੰ पता नहीं की,
ਇਹਦੀ ਮੋਮੈਂਟਮ, ਇਹਨੂੰ p3 ਮੋਮੈਂਟਮ ਕਹਿ ਦਿੰਦੇ ਆਪਾਂ। ਇਹਦੀ ਵੈਲੋਸਿਟੀ ਪਤਾ ਕਰਨੀ ਹੈ, ਵੈਲੋਸਿਟੀ ਪਤਾ ਕਰਨੀ ਹੈ। यस सर। ਇਹਨੂੰ v ਕਹਿ ਦੋ, ਇਹਦੀ ਵੈਲੋਸਿਟੀ v ਕਹਿ ਦੋ, ਤੇ ਇਹਦਾ ਮਾਸ ਨੂੰ m ਹੀ ਰੱਖੋ। ਹੁਣ ਇਹਦਾ ਜਿਹੜਾ ਮੋਮੈਂਟਮ ਹੋਏਗਾ, ਆਹ ਵਾਲਾ ਮੋਮੈਂਟਮ ਇਸ ਡਾਇਰੈਕਸ਼ਨ ਦੇ ਵਿੱਚ, ਉਹ ਹੋਏਗਾ 9m i ਕੈਪ, ਤੇ ਦੂਜੇ ਦਾ ਮੋਮੈਂਟਮ ਕਿੰਨਾ ਆਏਗਾ 12m j ਕੈਪ, ਕਿਉਂਕਿ 12 ਦਾ ਉਹਦੀ ਵੈਲੋਸਿਟੀ ਹੈ ਨਾ, ਤਾਂ ਆਪਾਂ ਨਾਲ ਐ ਕਰਦਾ 12m j ਕੈਪ। ਤੀਸਰਾ ਜਿਹੜਾ ਮੋਮੈਂਟਮ ਹੈਗਾ, ਉਹ ਤੀਸਰੇ ਦਾ ਕਿੰਨਾ ਹੋਏਗਾ, ਮਾਸ m ਹੀ ਆ ਦਾ, ਤੇ ਵੈਲੋਸਿਟੀ ਕਿੰਨੀ ਹੈ v, ਵੈਕਟਰ ਕਹਿ ਦੋ। ਹੁਣ ਪਤਾ ਨਹੀਂ v ਵੈਕਟਰ ਕਿੱਧਰ ਨੂੰ ਕੀ ਹੈ, ਇਜ਼ ਇਕੁਅਲ ਟੂ ਕਿੰਨਾ ਹੋਣਾ ਚਾਹੀਦਾ 0, ਕਿਉਂਕਿ ਪਹਿਲਾਂ ਵੀ ਨਹੀਂ ਸੀ। ਸੋ ਇਥੋਂ ਆਪਾਂ ਪਤਾ ਕਰਨਾ ਹੈ, ਇਹਨੂੰ 0 ਹੈਗਾ ਤੇ m ਤਾਂ ਵੈਸੇ ਘਟਿਆ ਜਾਣਾ। यस सर। ਤਾਂ ਵੈਲੋਸਿਟੀ ਵੈਕਟਰ ਬੇਸਿਕਲੀ ਆਊਗੀ -9i ਕੈਪ -12j ਕੈਪ। ਇਥੋਂ ਆਪਾਂ ਨੂੰ ਡਾਇਰੈਕਸ਼ਨ ਵੀ ਪਤਾ ਲੱਗ ਰਹੀ, ਮੈਗਨੀਟਿਊਡ ਪਤਾ ਲੱਗ ਰਿਹਾ। ਤਾਂ ਵੈਲੋਸਿਟੀ ਕਿੰਨੀ ਆਏਗੀ, ਅੰਡਰ ਰੂਟ ਆਫ 9 9 81 12 12 144 225 15। ਇਹਦੇ ਬਾਰੇ ਕੋਈ ਡਾਊਟ ਹੋਵੇ, ਕਿਸੇ ਤਰ੍ਹਾਂ ਦਾ ਕੋਈ ਲੱਗਿਆ ਹੋਵੇ, ਫਿਰ ਵੀ ਦਿਮਾਗ 'ਚ ਆ ਰਿਹਾ ਹੋਵੇ, ਤਾਂ ਰਾਜਵੀਰ ਪੁੱਛ ਇੱਥੇ। ਹੁਣ ਮੈਂ ਦੁਬਾਰਾ ਵੀ ਸਮਝਾ ਸਕਦਾ ਇਹ ਗੱਲ ਪੂਰੀ, ਹੋਰ ਸਲੋਲੀ, ਹੋਰ ਆਰਾਮ ਨਾਲ ਸਮਝਾ ਸਕਦਾ ਜੇ ਤੈਨੂੰ ਕੋਈ ਕਨਫਿਊਜ਼ਨ ਹੈ। ਸਰ ਉਹ mm ਕਿੱਦਾਂ ਕੱਟੇ? ਇਹਦੇ ਇੱਧਰ ਪਾਸੇ 0 ਆ ਨਾ, ਹਾਂਜੀ ਸਰ। ਉਹ ਤਾਂ m ਕਾਮਨ ਕੱਢ ਕੇ ਕੱਟਿਆ ਗਿਆ, ਉਹਦਾ ਬਰਾਬਰ ਹੀ ਸਾਰਾ। ਅੱਛਾ ਠੀਕ ਹੈ। ਠੀਕ ਹੈ ਨਾ। ਗੱਲ ਕੀ ਹੈ ਸਮਝਣ ਵਾਲੀ, ਗੱਲ ਸਮਝਣ ਵਾਲੀ ਆ ਵਾ ਜਿਹੜੀ ਮੁੱਖ ਗੱਲ ਆ, ਕਿ ਮੈਂ ਤੁਹਾਨੂੰ ਕਿਹਾ ਮੋਮੈਂਟਮ ਹਮੇਸ਼ਾ ਬਰਾਬਰ ਹੋਣੇ ਚਾਹੀਦੇ ਨੇ। ਤਾਂ ਜਦੋਂ ਦੋ ਬਾਡੀ ਸਪਲਿਟ ਕਰਦੀਆਂ, ਤਾਂ ਉਹਦਾ ਸਭ ਤੋਂ ਬੈਸਟ ਐਗਜ਼ਾਮਪਲ ਹੈਗਾ ਆਪਣਾ ਰਿਕੋਇਲਿੰਗ ਆਫ ਗਨ। ਗਨ ਹੁੰਦੀ ਹੈ ਤੇ ਬੁਲੇਟ ਹੁੰਦੀ ਹੈ, ਤੇ ਬੁਲੇਟ ਤੇ ਗਨ ਦਾ ਇੱਕ ਆਪਣੇ ਆਪ ਚ ਪਹਿਲਾ ਰੈਸਟ ਵਿੱਚ ਹੁੰਦਾ ਹੈ ਮੋਸ਼ਨ ਦਾ, ਉਹਦਾ ਕਿੰਨਾ ਮੋਮੈਂਟਮ ਹੁੰਦਾ 0, ਇਹ ਬਿਫੋਰ ਫਾਇਰਿੰਗ। ਆਫਟਰ ਫਾਇਰਿੰਗ ਬੁਲੇਟ ਜਦੋਂ ਅੱਗੇ ਨੂੰ ਭੱਜਦੀ ਆ v ਵੈਲੋਸਿਟੀ ਨਾਲ, ਤਾਂ ਗਨ ਨੂੰ ਪੱਕੀ ਗੱਲ ਆ ਪਿੱਛੇ ਭੱਜਣਾ ਪੈਣਾ ਵੈਲੋਸਿਟੀ v ਨਾਲ, ਤਾਂ ਹੀ ਤਾਂ ਮੋਮੈਂਟਮ ਦੋਨਾਂ ਦਾ ਜੋੜ ਕੇ ਬਰਾਬਰ ਹੋਏਗਾ ਨਾ 0, ਕਿਉਂਕਿ ਟੋਟਲ ਮੋਮੈਂਟਮ ਪਹਿਲਾਂ 0 ਤੇ ਬਾਅਦ ਚ ਵੀ 0 ਹੋਣਾ ਚਾਹੀਦਾ ਹੈ। ਕਿਉਂਕਿ ਆਪਾਂ ਜਿਹੜੇ ਆ ਸਿਸਟਮਸ ਨੂੰ ਡਿਸਕਸ ਕਰ ਰਹੇ ਆ, ਇੱਥੇ ਆਪਣਾ ਮੋਮੈਂਟਮ ਇਸ ਤਰ੍ਹਾਂ ਹੁੰਦਾ ਹੈ। ਠੀਕ ਹੈ ਜੀ, ਇੱਕ ਸੈਕਿੰਡ। ਸੌਰੀ ਵੀ ਮੈਨੂੰ ਕਾਲ ਆ ਗਿਆ ਸੀ। ਹਾਂ ਮੈਂ ਕੀ ਕਰ ਰਿਹਾ ਹੁਣ, ਇੱਥੇ ਦੇਖੋ, ਇੱਥੇ ਆਹੀ ਹੋ ਸਕਦਾ ਕਿ ਜਦੋਂ ਇੱਕ ਚੀਜ਼ ਅੱਗੇ ਨੂੰ ਜਾਊਗੀ ਦੂਜੀ ਪਿੱਛੇ ਆਊਗੀ। ਅੱਛਾ ਤੁਸੀਂ ਦੇਖੋ, ਕਦੀ ਖੜੇ ਹੋ ਗਏ ਤੁਸੀਂ, ਉਹ ਜਿਹੜਾ ਉਹ ਤੁਸੀਂ ਦੇਖਿਆ ਉਹ ਕਹਿੰਦੇ ਆ ਕਿਹੜੀ ਗੇਮ ਹੁੰਦੀ ਆ, ਗੋਲਾ ਸੁੱਟਣਾ, ਜਿਹੜਾ ਮੋਟਾ ਜਿਹਾ ਗੋਲਾ ਸੁੱਟਿਆ, यस सर। ਮੈਨੂੰ ਨਾ ਥੋੜਾ ਨਾਮ ਘੱਟ ਪਤਾ ਉਹਦਾ। ਸਾਡੇ ਟਾਈਮ 'ਚ ਤਾਂ ਗੋਲਾ ਸੁੱਟਣਾ ਕਹਿੰਦੇ, ਮੋਟਾ ਜਿਹਾ ਭਾਰੀ ਆ ਹੈਵੀ ਆ ਗੋਲਾ ਹੁੰਦਾ, ਉਹ ਸੁੱਟਣਾ ਹੁੰਦਾ ਗੋਲੇ 'ਚ ਖੜ ਕੇ ਤੇ ਭਗਾ ਕੇ ਮਾਰਨਾ ਹੁੰਦਾ, ਕਿੰਨੀ ਦੂਰ ਤੱਕ ਮਾਰਿਆ ਕਿਸੇ ਨੇ। ਜਾਂ ਫਿਰ ਇੱਕ ਜੈਵਲਿਨ, ਹਾਂ ਜੈਵਲਿਨ ਥਰੋ, ਜਿਹਨੂੰ ਭਾਲਾ ਸਿੱਟਣਾ ਕਹਿੰਦੇ ਆ। यस सर। ਹੁਣ ਉੱਥੇ ਕੀ, ਜਦੋਂ ਤੁਸੀਂ ਬਹੁਤ ਭਾਰਾ ਗੋਲਾ ਸਿੱਟਦੇ ਹੋ ਨਾ ਅੱਗੇ ਨੂੰ, ਤਾਂ ਆਟੋਮੈਟਿਕਲੀ ਤੁਹਾਡੀ ਬੋਡੀ ਨੂੰ ਪਿੱਛੇ ਨੂੰ ਲੱਗਦਾ ਆ, ਰੀਕੋਇਲ ਹੁੰਦਾ, ਤੁਹਾਡੀ ਬੋਡੀ ਦਾ ਰੀਕੋਇਲ ਵੀ ਹੁੰਦਾ ਕਿ ਨਹੀਂ? यस सर। ਹਨਾ, ਜਦੋਂ ਤੁਸੀਂ ਅੱਗੇ ਨੂੰ ਕੋਈ ਚੀਜ਼ ਸਿੱਟਦੇ ਹੋ ਤਾਂ ਆਟੋਮੈਟਿਕਲੀ ਪਿੱਛੇ ਨੂੰ ਵੀ ਰੀਕੋਇਲ ਹੁੰਦਾ ਆ, ਤੇ ਉਹ ਰੀਕੋਇਲ ਜਿਹੜਾ ਉਹ ਜ਼ਰੂਰੀ ਹੁੰਦਾ ਆ, ਜਿਵੇਂ ਕਿ ਉਹ ਮੋਮੈਂਟਮ ਨੂੰ ਕੰਜ਼ਰਵ ਕਰਦਾ ਆ, ਕਿਉਂਕਿ ਤੁਹਾਡੀ ਬੋਡੀ ਜਦੋਂ ਤੁਸੀਂ ਖੜੇ ਹੋ ਗੋਲਾ ਫੜ ਕੇ, ਤਾਂ ਤੁਸੀਂ ਗੋਲੀ ਤੇ ਬੁਲੇਟ ਵਰਗੇ ਹੀ ਹੋ ਨਾ। ਹੁਣ ਜਦੋਂ 3 ਟੁਕੜੇ ਹੋਣ ਕਿਸੇ ਚੀਜ਼ ਦੇ, ਤੇ ਇੱਕ ਟੁਕੜਾ ਮੋਮੈਂਟਮ ਇੱਧਰ ਨੂੰ ਪੈਦਾ ਕਰ ਰਿਹਾ ਹੋਵੇ P1, ਇੱਕ ਟੁਕੜਾ ਮੋਮੈਂਟਮ ਇੱਧਰ ਨੂੰ ਪੈਦਾ ਕਰ ਰਿਹਾ P2, ਤੇ ਪਹਿਲਾ ਮੋਮੈਂਟਮ 0 ਹੈ, ਤਾਂ ਇਹਨਾਂ ਦੋਨਾਂ ਦਾ ਜਿਹੜਾ ਵੀ ਰਿਜ਼ਲਟੈਂਟ ਆਏਗਾ ਇੱਥੇ, ਆ ਰਿਜ਼ਲਟੈਂਟ ਇਹਦੇ ਖਿਲਾਫ ਹੋਣਾ ਚਾਹੀਦਾ ਨਾ ਤੀਸਰਾ ਟੁਕੜਾ, ਪੱਕੀ ਗੱਲ, ਤਾਂ ਹੀ ਤਾਂ 0 ਹੋਊਗਾ। ਲੈਮਿਨਸ ਥਿਊਰਮ ਕਰਵਾਈਏ ਤੁਹਾਨੂੰ ਮੈਂ ਚੰਗੀ ਤਰ੍ਹਾਂ ਸਮਝਾ ਕੇ, ਹਨਾ। यस सर। यस सर। 3 ਟੁਕੜਿਆਂ ਵਿੱਚ 4 ਟੁਕੜੇ ਹੋ ਜਾਣ, ਤਾਂ 4 ਟੁਕੜਿਆਂ ਦਾ ਵੀ ਇਸ ਤਰ੍ਹਾਂ ਵੈਕਟਰ ਸਾਨੂੰ 0 ਕਰਨਾ ਪੈਣਾ, ਪਰ ਹੋਰ ਤਾਂ ਕੋਈ ਚਾਰਾ ਹੈ ਨਹੀਂ, ਕਿਉਂਕਿ ਵੈਕਟਰ ਕੁਆਂਟੀਟੀਜ਼ ਨੇ।
ठीक है ना गल। जे मान लो हुण देखो तुहानूं पता जिहड़ी फ्रिक्शन दे बारे जिवें आपां गल करदे ने फ्रिक्शन कि फ्रिक्शन जे सरफेस ते हुंदी तां आपां तुरदे आं अगे नूं। जे फ्रिक्शन सरफेस ते ना होवे तां मतलब तुसीं जे अपना पैर रखदे हो इत्थे ते पैर रखदे हो ते पैर नाल अपनी इधर नूं पुश करदे हो ना सड़क नूं तां उत्थों आपां नूं नॉर्मल रिएक्शन मिलदा है ओहदा। तां ओहदा जिहड़ा पार्ट हुंदा आ ओहदे करके आपां अगे वधदे हां इहदे करके नॉर्मल रिएक्शन जिहड़ा आ पुश करदे हो नीचे नूं उन्ना ही नॉर्मल रिएक्शन तुहानूं इकोनॉमिक उपर मिलदा है। आ पैर है तुहाडा मान लो ते तुसीं ओहनूं लैके अगे वधदे हो। ਇਹ ਤੁਸੀਂ शायद 9th क्लास पढ़िया है थोड़ा पता ना। ਹੁਣ ਜੇ ਤੁਹਾਡੇ ਪੈਰ ਵਿੱਚ ਤੇ ਸੜਕ 'ਚ ਫ੍ਰਿਕਸ਼ਨ ਹੀ ਨਾ ਹੋਵੇ ਤਾਂ ਤੁਸੀਂ ਉਹਨੂੰ ਪੁਸ਼ ਹੀ ਨਹੀਂ ਕਰ ਪਾਓਗੇ। ਫਿਰ ਪਤਾ ਕਿਵੇਂ ਦਾ ਹੋਏਗਾ ਆ ਦੇਖੋ ਮੈਨੂੰ ਦੇਖ ਰਹੇ ਹੋ ਨਾ ਫਿਰ ਇਸ ਤਰ੍ਹਾਂ ਹੋਏਗਾ ਦੇਖੋ ਐ ਤੁਸੀਂ ਇੱਕ ਹੀ ਜਗ੍ਹਾ ਤੇ ਐ ਕਰੀ ਜਾਣਾ ਤੁਸੀਂ ਅੱਗੇ ਵਧਣਾ ਹੀ ਨਹੀਂ ਕਿਉਂਕਿ ਫ੍ਰਿਕਸ਼ਨ ਨਹੀਂ ਹੈਗੀ। ਇੱਕੋ ਜਗ੍ਹਾ ਤੇ ਐ ਕਰੀ ਜਾਣਾ ਤੁਸੀਂ। ਆ ਕੀ ਹੁੰਦਾ ਪਤਾ ਆ ਇਸ ਤਰ੍ਹਾਂ ਮੂਵ ਕਰਨਾ ਇਹਨੂੰ ਕੀ ਕਹਿੰਦੇ ਡਾਂਸ ਸਟੈਪ ਹੈ ਇੱਕ मून वॉक। ਯੈਸ ਇਟ ਇਜ਼ ਕਾਲਡ ਮੂਨ ਵਾਕ। मून वॉक। ਹੁਣ ਮੂਨ ਵਾਕ ਚ ਕੀ ਹੁੰਦਾ ਵੀ ਆ ਮੰਨ ਲਓ ਤੁਸੀਂ ਮੂਨ ਦੇ ਸਰਫੇਸ ਤੇ ਹੋ ਤੁਹਾਨੂੰ ਤਾਂ 9.8 ਮੀਟਰ ਪਰ ਸੈਕਿੰਡ ਦੀ ਆਦਤ ਆ ਨਾ ਇੱਥੇ ਇੱਕ ਧਰਤੀ ਤੇ ਰਹਿਣ ਦੀ। ਤੁਸੀਂ ਬਚਪਨ ਤੋਂ ਲੈ ਕੇ ਹੁਣ ਤੱਕ ਜੋ ਕੁਝ ਵੀ ਸਿੱਖਿਆ ਉੱਠਣਾ ਛਾਲਾ ਮਾਰਨਾ ਟੱਪਣਾ ਡਾਂਸ ਕਰਨਾ ਭੰਗੜਾ ਪਾਣਾ ਸਾਰਾ ਕੁਝ ਤੁਹਾਡਾ 9.8 ਤੇ ਜ਼ੋਰ ਤੇ ਹੁੰਦਾ ਹੈ। ਤੁਹਾਨੂੰ ਪਤਾ ਕਿ ਮਤਲਬ ਮੈਂ ਭੰਗੜਾ ਵੀ ਪਾਣਾ ਹੈ ਤਾਂ ਮਤਲਬ ਪੈਰ ਚੱਕ ਕੇ ਆਪਾਂ ਮਤਲਬ ਇੱਧਰ ਉੱਧਰ ਮਾਰਦੇ ਜੋ ਕੁਝ ਕਰਦੇ ਹਾਂ ਹੱਥ ਕਰਦੇ ਹਾਂ ਕਿਉਂਕਿ ਆਪਾਂ ਨੂੰ 9.8 ਦੀ ਗ੍ਰੈਵਿਟੀ ਨੀਚੇ ਨੂੰ ਲੱਗ ਰਹੀ ਹੁੰਦੀ ਆ। ਸਾਡਾ weight ਜਿਹੜਾ ਆ ਉਹ ਟਿਕਿਆ ਰਹਿੰਦਾ ਧਰਤੀ ਤੇ ਆਰਾਮ ਨਾਲ। ਹੁਣ ਮੰਨ ਲਓ ਸਾਡੀ ਗ੍ਰੈਵਿਟੀ 6 ਗੁਣਾ ਘਟ ਜਾਵੇ ਕਿਉਂਕਿ ਮੂਨ ਦੀ ਗ੍ਰੈਵਿਟੀ ਸਾਡੇ ਨਾਲੋਂ ਕਿੰਨੀ ਘੱਟ 6 ਗੁਣਾ ਘੱਟ ਆ ਲਗਭਗ 1.6 ਆ। ਆਪਣੀ ਇੱਥੇ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ 9.8 ਤੇ ਮੂਨ ਤੇ ਕਿੰਨੀ ਆ 1.6 ਬਹੁਤ ਘੱਟ ਆ। ਉੱਥੇ ਜੇ ਕੋਈ ਬੰਦਾ ਤੁਰਨਾ ਸ਼ੁਰੂ ਕਰੂਗਾ ਮੰਨ ਲਓ ਮੂਨ ਤੇ ਐ ਮੰਨ ਲਓ ਉਹਨੇ ਤੁਰਦੇ ਹੋਏ ਨੀਚੇ ਨੂੰ ਫੋਰਸ ਲਾਇਆ ਉਹ ਵੀ ਉਹਦੀ ਰਿਐਕਸ਼ਨ ਜਿਹੜੇ ਉੱਪਰ ਨੂੰ ਲੱਗੀ ਨਾ ਉਹਦੇ ਕਰਕੇ ਉਹਨੇ ਹਵਾ ਵਿੱਚ ਹੀ ਆ ਜਾਣਾ ਤੇ ਉਹ ਫਿਰ ਹਵਾ 'ਚ ਤੁਸੀਂ ਪੈਰ ਐ ਲਾਈ ਜਾਓਗੇ ਤੇ ਜਦ ਤੱਕ ਤੁਸੀਂ ਨੀਚੇ ਨਹੀਂ ਆ ਜਾਂਦੇ। ਸੋ ਉਹ ਚੀਜ਼ ਨੂੰ ਕਾਪੀ 9.8 ਤੇ ਕਰਕੇ ਦਿਖਾਣਾ ਦੈਟ ਇਜ਼ ਉਹ ਕੋਈ ਬ੍ਰਿਲੀਅੰਟ ਡਾਂਸਰ ਕਰ ਸਕਦਾ ਸਿਰਫ ਐਂਡ ਉਹ ਆ ਮਾਈਕਲ ਜੈਕਸਨ। ਤੁਹਾਡੇ ਜੋ ਮਾਈਕਲ ਜੈਕਸਨ ਨੂੰ ਦੇਖਿਆ ਹੈ ਸਾਰਿਆਂ ਨੇ ਕਿ ਉਹਦੇ यस सर ਮਾਈਕਲ ਜੈਕਸਨ ਦੀ ਕਾਪੀ ਬਹੁਤ ਸਾਰੇ ਲੋਕ ਕਰਦੇ ਨੇ ਬਹੁਤ ਸਾਰੇ ਲੋਕ ਡਾਂਸਰਸ ਉਹਦੀ ਕਾਪੀ ਅੱਜ ਕੱਲ੍ਹ ਜਣਾ ਖਣਾ ਵੀ ਕਰਦਾ ਆ। ਬਹੁਤ ਸਾਰੇ ਲੋਕ ਬਹੁਤ ਵਧੀਆ ਕਾਪੀ ਵੀ ਕਰਦੇ ਨੇ ਬਟ ਸਟਿਲ ਮੈਂ ਰეკਮੈਂਡ ਕਰੂੰਗਾ ਜੇ ਤੁਸੀਂ ਕਦੀ ਮਾਈਕਲ ਜੈਕਸਨ ਨੂੰ ਨਹੀਂ ਦੇਖਿਆ ਤਾਂ ਮਾਈਕਲ ਜੈਕਸਨ ਨੂੰ ਜ਼ਰੂਰ ਦੇਖਿਓ ਇੱਕ ਵਾਰ ਗੂਗਲ ਸਰਚ ਕਰਕੇ ਉਹਦਾ ਕੋਈ ਵੀ ਪਰਫਾਰਮੈਂਸ ਉਹਦੀ ਕੋਈ ਵੀ ਦੇਖਿਓ ਤਾਂ ਤੁਹਾਨੂੰ ਪਤਾ ਲੱਗੋ ਅਸਲੀ ਤੇ ਨਕਲੀ 'ਚ ਕੀ ਫਰਕ ਹੁੰਦਾ ਹੈ। ਇੰਨਾ ਜ਼ਬਰਦਸਤ ਬੰਦਾ ਹੈ। ਜਿਵੇਂ ਪਹਿਲਾਂ ਮੈਂ BSc ਫਾਈਨਲ ਈਅਰ ਵਿੱਚ ਹੋ ਗਿਆ ਸੀ ਮੈਂ ਪਰ ਮੈਂ ਕਦੀ ਮਾਈਕਲ ਜੈਕਸਨ ਨੂੰ ਨਹੀਂ ਦੇਖਿਆ ਸੀ ਸੁਣਿਆ ਹੋਇਆ ਸੀ। ਫਿਰ ਇੱਕ ਵਾਰ ਉਹਦੀ ਡੈਥ ਹੋਈ ਸ਼ਾਇਦ ਬੜਾ ਰੌਲਾ ਪਿਆ ਕਿ ਵੀ ਮਾਈਕਲ ਜੈਕਸਨ ਦੀ ਡੈਥ ਹੋਈ ਲੱਖਾਂ ਲੋਕ ਸੜਕਾਂ ਤੇ ਆ ਗਏ ਇੰਨੇ ਫੈਨ ਉਹਦੇ। ਮੈਂ ਕਿਹਾ ਇੰਨਾ ਕੀ ਵੇ ਬੰਦਾ ਸੀਗਾ। गूगल का सर्वर डाउन हो गया था ਤੇ ਗੂਗਲ ਤੇ ਮੈਂ ਉਹ ਸਰਚ ਕੀਤੀ ਤੇ ਸਰਚ ਕਰਕੇ ਮੈਂ ਦੇਖਿਆ ਮੈਂ ਕਿਹਾ ਇਹ ਤਾਂ ਸੀਰੀਅਸਲੀ ਬਹੁਤ ਹੀ ਕਮਾਲ ਦਾ ਬੰਦਾ ਸੀ ਡਾਂਸ ਦੇ ਮਾਮਲੇ 'ਚ ਮਤਲਬ। ਤੇ ਉਹ ਮੂਨ ਵਾਕ ਜਿਹੜੀ ਹੁੰਦੀ ਹੈ ਉਹ ਐ ਹੁੰਦੀ ਹੈ। ਹੁਣ ਮੰਨ ਲਓ ਕਿ ਐ ਆ ਕਿ ਮੈਂ ਤੁਹਾਨੂੰ ਮੂਨ ਵਾਕ ਬਾਰੇ ਕਿਉਂ ਦੱਸਣ ਲੱਗ ਗਿਆ ਇਹਦੇ ਕੋਈ ਕਾਰਨ ਆ ਦੱਸਦਾ ਤੁਹਾਨੂੰ। ਹੁਣ ਮੰਨ ਲਓ ਕਿ ਇੱਕ ਸਪੇਸਸ਼ਿਪ ਦੇ ਵਿੱਚ ਨਾ ਰਾਜਵੀਰ ਤੂੰ ਹੈਗਾ ਨਾ ਆਨਲਾਈਨ ਹਾਂਜੀ ਸਰ। ਮੰਨ ਲਾ ਸਪੇਸਸ਼ਿਪ ਦੇ ਵਿੱਚ ਤੂੰ ਇੱਥੇ ਆ ਸਪੇਸਸ਼ਿਪ ਹੈਗਾ ਤੇਰਾ ਇਸ ਸਪੇਸਸ਼ਿਪ ਦੇ ਵਿੱਚ ਤੁਸੀਂ ਕੋਈ ਕੰਮ ਕਰ ਰਹੇ ਸੀ ਸਾਰੇ ਖੜੇ ਹੋਏ ਸੀ ਉਹ ਤੇ ਅਚਾਨਕ ਤੂੰ ਸਪੇਸਸ਼ਿਪ ਨੂੰ ਛੱਡਤਾ ਤੇ ਤੇਰਾ ਤੂੰ ਇੱਧਰ ਆ ਗਿਆ ਸਪੇਸਸ਼ਿਪ ਤੋਂ ਇੱਧਰ ਹਵਾ ਦੇ ਵਿੱਚ ਤੂੰ ਨੀਚੇ ਵੀ ਨਹੀਂ ਗਿਰ ਰਿਹਾ ਮਤਲਬ ਕੋਈ ਇਦਾਂ ਤੇ ਉਹ ਵੀ ਗ੍ਰੈਵਿਟੀ ਵੀ ਨਹੀਂ ਹੈ ਤੇ ਮੰਨ ਲਓ ਆ ਇੱਕ ਸਪੇਸਸ਼ਿਪ ਹੈ ਤੇ ਤੂੰ ਇੱਥੇ ਆ ਚੁੱਕਿਆ ਵਾ। ਹੁਣ ਤੈਨੂੰ ਚਾਹੀਦਾ ਕਿ ਸਪੇਸ ਤੇ ਵਾਪਸ ਕਿਵੇਂ ਆਏਗਾ ਤੂੰ ਹਵਾ ਵਿੱਚ ਹੀ ਆ। ਹਵਾ ਵਿੱਚ ਤਾਂ ਤੂੰ ਅੱਗੇ ਪੈਰ ਵੀ ਮਾਰੇਗਾ ਤਾਂ ਪੈਰ ਤੇਰੇ ਇੱਕੋ ਹੀ ਜਗ੍ਹਾ ਤੇ ਚੱਲੀ ਜਾਣਗੇ ਜਿਵੇਂ ਹੁਣ ਮੈਂ ਫਿੰਗਰ ਨਾ ਐ ਇੱਕੋ ਜਗ੍ਹਾ ਤੇ ਪੈਰ ਮਾਰੀ ਜਾਏਗਾ ਤੂੰ ਅੱਗੇ ਥੋੜੀ ਵਧੇਗਾ। ਹੁਣ ਇਸ ਸਟੇਜ ਤੇ ਤੈਨੂੰ ਸਪੇਸਸ਼ਿਪ ਤੇ ਜਾਣਾ ਆ ਪਰ ਹੁਣ ਜਾਵੇਂ ਕਿਵੇਂ ਕਿ ਦਿਖਦਾ ਸਾਹਮਣੇ ਰਿਹਾ ਵਾ ਤੈਨੂੰ ਪਰ ਹੁਣ ਸਪੇਸਸ਼ਿਪ ਤੱਕ ਤੂੰ ਕਿਵੇਂ ਜਾਏਗਾ ਉਹਦੇ ਲਈ ਕੀ ਆਈਡੀਆ ਹੋ ਸਕਦਾ ਹੈ ਉਹਦੇ ਲਈ ਪਤਾ ਕੀ ਕਰਨਾ ਚਾਹੀਦਾ ਤੁਹਾਨੂੰ ਕਿਉਂਕਿ ਤੁਸੀਂ न्यूटन्स थर्ड लॉ ऑफ मोशन ਕੀ ਕਰਨਾ ਚਾਹੀਦਾ न्यूटन ਦਾ ਥਰਡ ਲॉ ਆਫ ਮੋਸ਼ਨ ਯੂਜ਼ ਕਰਨਾ ਚਾਹੀਦਾ। ਥਰਡ ਲਾਅ ਵੀ ਕਹਿ ਸਕਦੇ ਹੋ ਬੇਸਿਕਲੀ ਥਰਡ ਲਾਅ ਤੋਂ ਹੀ ਤਾਂ ਆਪਣਾ ਇਹ ਨਿਕਲਦਾ ਨਾ ਮੋਮੈਂਟਮ ਦਾ ਲਾਅ
ਤਾਂ ਬੇਸਿਕਲੀ ਕੰਜ਼ਰਵੇਸ਼ਨ ਆਫ ਮੋਮੈਂਟਮ। यस सर। ਕਹਿ ਸਕਦੇ ਹੋ ਆ ਸਪੇਸਸ਼ਿਪ ਦੇ ਇਸ ਪਲੇਟਫਾਰਮ ਤੇ ਤੁਸੀਂ ਆਣਾ ਆ ਐਂਡ ਹਵਾ ਵਿੱਚੋਂ ਸਾਰੇ ਪਾਸੇ ਕੁਝ ਵੀ ਨਹੀਂ ਹੈ, ਕੋਈ ਗ੍ਰੈਵਿਟੀ ਵੀ ਨਹੀਂ ਹੈ ਕਿ ਕਿਸੇ ਪਾਸੇ ਹੋਵੇ। ਹੁਣ ਆ ਬੰਦਾ ਵਿਚਾਰਾ ਭਟਕ ਗਿਆ, ਇੱਥੇ ਇੱਥੇ ਬੈਠਾ। ਹੁਣ ਇਹਨੂੰ ਆਣਾ, ਇਹਨੂੰ ਕੀ ਕਰਨਾ ਚਾਹੀਦਾ? ਫਿਰ ਦੱਸੋ ਥਰਡ ਲਾਅ ਕਿਵੇਂ ਯੂਜ਼ ਕਰਨਾ ਚਾਹੀਦਾ, ਆਹੀ ਦੱਸ ਤੂੰ। सर दूसरी साइड कोई ऑब्जेक्ट फेंके तो वो ऑपोजिट डायरेक्शन से मूव करूंगा। ਕੌਣ ਬੋਲ ਰਿਹਾ? ਕੀ ਨਾਮ ਹੈ? ਜਸਜੋਤ। यस सर। ਜਿਵੇਂ ਉਹ ਮਤਲਬ ਆਪਣੇ ਦੇਖੇ ਕੋਲ ਜੋ ਵੀ ਚੀਜ਼ਾਂ ਹੈਗੀਆਂ, ਕੋਈ ਜਿਹੜੀ ਚੀਜ਼ जी सर अपन ने सर ਉਹ ਚੀਜ਼ ਇੱਧਰ ਨੂੰ ਸਿੱਟਣੀ ਹੈ, ਪਰ ਬਹੁਤ ਜ਼ਿਆਦਾ ਵੈਲੋਸਿਟੀ ਨਾਲ ਸਿੱਟਣੀ ਹੈ ਕਿਉਂਕਿ ਇਹਦਾ ਆਪਣਾ ਮਾਸ ਬਹੁਤ ਜ਼ਿਆਦਾ ਹੈ। ਇਹਨੂੰ यस सर। ਪਰ ਜੇ ਇਹਨੂੰ ਥੋੜਾ ਜਿਹਾ ਵੀ ਰਿਕੋਇਲ ਮਿਲ ਗਿਆ, हाँ जी सर, फिर स्पेस से आगे बढ़ता रहूंगा। ਸਪੇਸ ਤਾਂ ਉਹਨੇ ਆਈ ਜਾਣਾ ਵਾ ਆਰਾਮ ਨਾਲ। ਸੋ ਉਹਨੂੰ ਥੋੜੀ ਜਿਹੀ ਵੈਲੋਸਿਟੀ ਮਿਲ ਕੇ ਬਹੁਤ ਆਰਾਮ ਨਾਲ ਹੌਲੀ ਹੌਲੀ ਤੁਰ ਕੇ ਇੱਥੇ ਆਣਾ, ਉਹਨੇ ਫੜ ਲੂਗਾ। यस सर। ਆ ਵੀ ਇੱਕ ਤਰ੍ਹਾਂ ਕੰਜ਼ਰਵੇਸ਼ਨ ਆਫ ਮੋਮੈਂਟਮ ਹੀ ਹੈ, ਟੂ ਵੇ। ਸਮਝ ਲੱਗੀ ਗੱਲ ਸਾਰਿਆਂ ਨੂੰ? ਸਰ ਦੁਬਾਰਾ ਦੱਸ ਦੋ। ਇਹ ਵਾਲੀ ਗੱਲ ਸਪੇਸਸ਼ਿਪ ਵਾਲੀ। ਹਾਂਜੀ ਸਰ। ਹੁਣ ਜਿਵੇਂ ਗਨ ਦੀ ਰਿਕੋਇਲ ਵਾਲੀ ਗੱਲ ਤਾਂ ਤੁਸੀਂ ਸਮਝੀ ਹੋਈ ਨਾ, ਜੇ ਗਨ ਚੋਂ ਬੰਦੂਕ ਚੋਂ ਗੋਲੀ ਅੱਗੇ ਨੂੰ ਜਾਂਦੀ ਹੈ ਤੇ ਗਨ ਪਿੱਛੇ ਨੂੰ ਜਾਂਦੀ ਹੈ। ਯੈਸ ਸਰ। ਬਿਲਕੁਲ ਉਵੇਂ ਹੀ ਜਦੋਂ ਕੋਈ ਬੰਦਾ ਫੜ ਕੇ ਕੋਈ ਚੀਜ਼ ਨੂੰ ਇੱਧਰ ਨੂੰ ਸਿੱਟੇਗਾ ਤਾਂ ਆਟੋਮੈਟਿਕਲੀ ਉਹਦਾ ਆਪਣਾ ਸਰੀਰ ਜਿਹੜਾ ਆ ਹਨਾ, ਜਿੱਥੋਂ ਉਹਨੇ ਸਿੱਟਿਆ ਉਹਨੂੰ ਮੋਮੈਂਟਮ ਪਿੱਛੇ ਨੂੰ ਮਿਲੇਗਾ ਨਾ। ਹਾਂਜੀ ਸਰ। ਉਹਦੇ ਕਰਕੇ ਉਹ ਆਪਣੇ ਸਪੇਸਸ਼ਿਪ ਤੇ ਵਾਪਸ ਆ ਜਾਏਗਾ। ਪਰ ਜਿਹੜੀ ਚੀਜ਼ ਉਹਨੇ ਸਿੱਟੀ ਉਹ ਨਹੀਂ ਵਾਪਸ ਆਣੀ ਫਿਰ। ਯੈਸ ਸਰ। ਠੀਕ ਹੈ ਨਾ? ਇਹ ਸਮਹਾਉ ਇੱਕ ਬਹੁਤ ਹਾਈਪੋਥੈਟੀਕਲ ਕੰਡੀਸ਼ਨ ਬਣਾਈ ਹੈ ਮੈਂ। ਸੋ ਮੋਮੈਂਟਮ ਕੰਜ਼ਰਵੇਸ਼ਨ ਬਹੁਤ ਜ਼ਰੂਰੀ ਹੈ। ਹੁਣ ਤੁਹਾਨੂੰ ਮੈਂ ਸਮਝਾਣਾ, ਇੱਕ ਕਈ ਜਿਹੜੀ ਮਿਥਿਹਾਸਕ ਕਥਾਵਾਂ ਹੁੰਦੀਆਂ ਨੇ ਉਹਨਾਂ 'ਚ ਦੇਖੋ ਸਾਇੰਸ ਦਾ ਕਿਵੇਂ ਕਈ ਵਾਰੀ ਸਤਿਆਨਾਸ਼ ਹੋ ਰਿਹਾ ਹੁੰਦਾ। ਮੈਂ ਤੁਹਾਨੂੰ ਦੱਸਦਾ, ਜਿਵੇਂ ਇੱਕ ਮਿਥਿਹਾਸਕ ਕਥਾ ਹੈ ਕਿ ਮਹਾਭਾਰਤ, ਪਤਾ ਮਹਾਭਾਰਤ 'ਚ ਭੀਮ ਹੁੰਦਾ, ਪਤਾ? यस सर। यस सर। ਭੀਮ ਬਾਰੇ ਕਹਿੰਦੇ ਜਦੋਂ ਉੱਥੇ ਮਹਾਭਾਰਤ ਦਾ ਯੁੱਧ ਹੋ ਰਿਹਾ ਸੀ ਨਾ, ਤਾਂ ਉਹ ਕੀ ਕਰਦਾ ਸੀ ਵੀ ਹਾਥੀ ਦੀ ਪੂੰਛ ਫੜਦਾ ਸੀ, ਐਲੀਫੈਂਟ ਦੀ ਪੂੰਛ ਫੜ ਕੇ ਤੇ ਐਲੀਫੈਂਟ ਨੂੰ ਵਗਾ ਕੇ ਘੁਮਾ ਕੇ ਐ ਮਾਰਦਾ ਸੀ ਉੱਪਰ, ਤੇ ਹਾਥੀ ਵਾਪਸ ਨਹੀਂ ਆਉਂਦਾ ਸੀ। ਠੀਕ ਆ? ਹੁਣ ਇਹ ਬਹੁਤ ਵੱਡੀ ਉਹ ਆ। ਇਹਦੇ ਇਸ ਮਾਮਲੇ 'ਚ ਦੋ ਚੀਜ਼ਾਂ ਇੱਥੇ ਲੱਗਦੀਆਂ ਨੇ। ਇੱਕ ਤਾਂ ਲੱਗਦੀ ਹੈ escape velocity। escape velocity ਕੀ ਚੀਜ਼ ਹੁੰਦੀ ਹੈ ਮੈਂ ਤੁਹਾਨੂੰ ਇਹਦੇ ਬਾਰੇ ਪ੍ਰੋਪਰਲੀ ਕੈਲਕੂਲੇਟ ਕਰਕੇ ਦਿਖਾਵਾਂਗਾ ਗ੍ਰੈਵਿਟੇਸ਼ਨ ਦੇ ਚੈਪਟਰ 'ਚ। ਫਿਲਹਾਲ ਮੈਂ ਤੁਹਾਨੂੰ ਵੈਸੇ ਸਮਝਾ ਰਿਹਾ, ਵੈਸੇ ਦੱਸ ਰਿਹਾ, ਬੋਲ ਰਿਹਾ ਸੀ। escape velocity ਉਹ velocity ਹੁੰਦੀ ਹੈ, ਜਿਵੇਂ ਦੇਖੋ ਆਹ ਧਰਤੀ ਹੈ। escape velocity ਕਹਿੰਦੇ ਬੜੀ ਇੰਟਰਸਟਿੰਗ ਚੀਜ਼ ਹੈ, ਤੁਸੀਂ ਸਮਝ ਲਓ, ਇਹ ਤੁਹਾਨੂੰ ਸਮਝ ਆ ਜਾਏਗਾ। ਮੰਨ ਲਓ ਜਦੋਂ ਤੁਸੀਂ ਵੱਟਾ ਮਾਰਿਆ ਉੱਪਰ ਨੂੰ, ਤਾਂ ਵੱਟਾ ਕੀ ਕਹਿੰਦਾ ਉੱਪਰ ਜਾ ਕੇ ਵਾਪਸ ਆ ਜਾਂਦਾ ਹੈ ਨਾ। ਤੁਸੀਂ ਵੱਟਾ ਥੋੜਾ ਜ਼ੋਰ ਦੀ ਮਾਰੋ, ਥੋੜਾ ਜ਼ਿਆਦਾ ਉੱਪਰ ਜਾਏਗਾ, ਵਾਪਸ ਆ ਜਾਏਗਾ। ਥੋੜਾ ਹੋਰ ਜ਼ੋਰ ਦੀ ਮਾਰੋ, ਹੋਰ ਜਿਹੜਾ ਉੱਪਰ ਜਾਏਗਾ ਵਾਪਸ ਆ ਜਾਏਗਾ। ਥੋੜਾ ਹੋਰ ਜ਼ੋਰ ਦੀ, ਹੋਰ ਉੱਪਰ ਜਾਏਗਾ, ਵਾਪਸ ਆ ਜਾਏਗਾ। ਇੱਕ ਇਸ ਤਰ੍ਹਾਂ ਦੀ ਵੈਲੋਸਿਟੀ ਹੋਏਗੀ ਕਿ ਜਿਸ ਵੈਲੋਸਿਟੀ ਨਾਲ ਮਤਲਬ ਇੰਨੀ ਜ਼ਿਆਦਾ ਵੈਲੋਸਿਟੀ ਉਹਦੇ ਨਾਲ ਕਿ ਜਦੋਂ ਪੱਥਰ ਨੂੰ ਮਾਰਾਂਗੇ ਤਾਂ ਉਹ ਜਾਏਗਾ 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 ਗ੍ਰੈਵਿਟੀ ਤੋਂ ਬਾਹਰ ਐਸਕੇਪ ਕਰ ਜਾਏਗਾ, ਬਚ ਕੇ ਨਿਕਲ ਜਾਏਗਾ, ਤੇ ਫਿਰ ਵਾਪਸ ਨਹੀਂ ਆਏਗਾ। ਇਸ ਨੂੰ ਕੈਲਕੂਲੇਟ ਕੀਤਾ ਜਾ ਸਕਦਾ ਹੈ ਹਰ ਇੱਕ ਪਲੈਨਟ ਦੇ ਲਈ। ਮੈਂ ਤੁਹਾਨੂੰ ਇਹ ਅਰਥ ਦੇ ਲਈ ਕੈਲਕੂਲੇਟ ਕਰਕੇ ਦਿਖਾਊਂਗਾ, ਪਰ ਉਹਦੇ ਲਈ ਕੁਝ ਕਨਸੈਪਟਸ ਨੇ ਬਹੁਤ ਬਹੁਤ ਅੱਛੀ ਤਰ੍ਹਾਂ ਉਹ ਸਮਝ ਆਣੇ ਜ਼ਰੂਰੀ ਨੇ, ਉਹ ਗ੍ਰੈਵਿਟੇਸ਼ਨ 'ਚ ਸਮਝਾਊਂਗਾ। ਫਿਲਹਾਲ ਤੁਸੀਂ ਮੇਰੀ ਗੱਲ ਮੰਨ ਲਓ, ਤੁਹਾਨੂੰ ਸਮਝ ਤਾਂ ਲੱਗ ਗਈ ਨਾ ਐਸਕੇਪ ਵੈਲੋਸਿਟੀ ਕੀ ਹੁੰਦੀ ਹੈ। ਐਸਕੇਪ ਵੈਲੋਸਿਟੀ ਉਹ ਵੈਲੋਸਿਟੀ ਹੁੰਦੀ ਹੈ ਜਿਸ ਵੈਲੋਸਿਟੀ ਦੇ ਨਾਲ ਧਰਤੀ ਦੇ ਸਰਫੇਸ ਤੇ ਖੜੇ ਹੋ ਕੇ ਜੇ ਉਸ ਚੀਜ਼ ਨੂੰ ਪ੍ਰੋਜੈਕਟਾਈਲ ਮੋਸ਼ਨ ਦੀ ਤਰ੍ਹਾਂ ਜਿਵੇਂ ਉੱਪਰ ਨੂੰ ਪ੍ਰੋਜੈਕਟ ਕਰ ਦਿੱਤਾ ਜਾਵੇ 90 ਡਿਗਰੀ ਤੇ ਹੌਰੀਜ਼ੌਨਟਲ ਤੋਂ, ਤਾਂ ਉਹ ਚੀਜ਼ ਧਰਤੀ ਦੀ ਗ੍ਰੈਵਿਟੀ ਤੋਂ ਬਾਹਰ ਨਿਕਲ ਜਾਏਗੀ ਤੇ ਧਰਤੀ ਤੇ ਵਾਪਸ ਆ ਕੇ ਨਹੀਂ ਗਿਰੇਗੀ। ਕਲੀਅਰ ਹੈ ਗੱਲ? यस सर। ਠੀਕ ਹੈ। ਹੁਣ ਇਸ ਹਿਸਾਬ ਨਾਲ ਹੁਣ ਮੈਂ ਇਸ ਚੀਜ਼ ਨੂੰ, ਇਹ ਐਸਕੇਪ ਵੈਲੋਸਿਟੀ ਤਾਂ ਅਸੀਂ ਕੈਲਕੂਲੇਟ ਕੀਤੀ ਹੋਈ ਹੈ, ਕਿੰਨੀ ਹੈ 11.2 ਕਿਲੋਮੀਟਰ ਪਰ ਸੈਕਿੰਡ ਜਾਂ ਫਿਰ 11,200 ਮੀਟਰ ਪਰ ਸੈਕਿੰਡ। ਇਹ ਕੈਲਕੂਲੇਟ ਕੀਤੀ ਹੋਈ ਹੈ, ਇਹ ਮੈਂ ਤੁਹਾਨੂੰ ਦੱਸ ਦੂੰਗਾ ਕਿਵੇਂ ਕੈਲਕੂਲੇਟ ਕੀਤੀ ਹੈ, ਬਾਅਦ ਦੀ ਗੱਲ ਹੈ। ਫਿਲਹਾਲ ਤੁਸੀਂ ਮੰਨ ਕੇ ਚੱਲੋ ਵੀ ਇੰਨੀ ਹੈਗੀ ਹੈ। ਕਲੀਅਰ ਹੈ ਗੱਲ? ਕਿਉਂ ਕਰ ਰਹੇ ਆ ਪਤਾ ਕਿਉਂ? ਕਿਉਂਕਿ ਉਹ ਕਹਿੰਦੇ ਭੀਮ ਜਿਹੜਾ ਸੀਗਾ ਉਹ ਉਹਨੂੰ ਘੁਮਾ ਕੇ ਹਾਥੀ ਦੀ ਪੂੰਛ ਤੋਂ ਫੜ ਕੇ ਘੁਮਾ ਕੇ ਉੱਪਰ ਨੂੰ ਸਿੱਟਦਾ ਸੀਗਾ ਤੇ ਹਾਥੀ ਵਾਪਸ ਨਹੀਂ ਆਉਂਦਾ ਸੀ। ਤਾਂ ਮਤਲਬ ਇਹ ਗੱਲ ਪੱਕੀ ਹੈ ਵੀ ਹਾਥੀ ਨੂੰ ਕਿੰਨੀ ਕੁ ਵੈਲੋਸਿਟੀ ਨਾਲ ਸਿੱਟਦਾ ਹੋਣਾ ਉਹ 11.2 ਕਿਲੋमीटर पर सेकंड है ना। ਤੇ ਹਾਥੀ ਦਾ ਜਿਹੜਾ ਮਾਸ ਹੈ, ਮੰਨ ਲਓ ਹਾਥੀ ਦਾ ਮਾਸ 5000 ਕਿਲੋਗ੍ਰਾਮ ਹੈ, ਜਸਟ ਐਗਜ਼ਾਮਪਲ। ਤਾਂ ਆਹ ਧਰਤੀ ਦਾ ਸਰਫੇਸ ਹੈ, ਆ ਇੱਥੇ ਭੀਮ ਨੇ ਕੀ ਕੀਤਾ, ਹਾਥੀ ਨੂੰ ਚੱਕ ਕੇ ਇੱਥੋਂ ਉੱਪਰ ਨੂੰ ਸਿੱਟਿਆ
ਤਾਂ ਮੋਮੈਂਟਮ ਦੀ ਡਾਇਰੈਕਸ਼ਨ ਜਨਰੇਟ ਹੋਇਆ ਹਾਥੀ ਚ ਉੱਪਰ ਨੂੰ। Yes. ਉਹ ਮੋਮੈਂਟਮ ਹੈ 11.2 ਗੁਣਾ 5000 ਮਾਸ ਇਨਟੂ ਵੈਲੋਸਿਟੀ। Yes, sir. 11200 करो क्योंकि आप SI सिस्टम से कर रहे हैं, किलोग्राम मीटर पर सेकंड, ठीक है, बराबर। ਤੇ ਜੇ ਉਹਨੇ ਉੱਪਰ ਨੂੰ ਸੁੱਟਿਆ ਤਾਂ ਜਿਹਨੇ ਸੁੱਟਿਆ ਜਿਹੜਾ ਭੀਮ ਹੈ ਤੇ ਭੀਮ ਨੂੰ ਫਿਰ ਇਹਦੀ ਰੀਕੋਇਲ ਮਿਲਣੀ ਚਾਹੀਦੀ ਕਿੱਧਰ ਨੂੰ? ਨੀਚੇ ਨੂੰ। ਨੀਚੇ ਨੂੰ। ਤੇ ਉਹਨੂੰ ਵੀ ਜਿਹੜੀ ਜਿਹਦੀ ਰੀਕੋਇਲ ਵੈਲੋਸਿਟੀ ਹੋਏਗੀ ਮੰਨ ਲਓ 20 ਹੋਏਗੀ ਭੀਮ ਦੀ, ਤੇ ਭੀਮ ਦਾ ਆਪਣਾ ਮਾਸ ਮੰਨ ਲਓ 200 ਕਿਲੋ ਆ। ਇੱਕ ਬੰਦੇ ਦਾ ਮਾਸ ਮਤਲਬ ਬਹੁਤਾ ਹੁੰਦਾ 200 ਕਿਲੋ, ਚਲੋ 500 ਲਾ ਲਓ, ਭਾਵੇਂ ਇੱਕੋ ਗੱਲ 500 ਲਾ ਲਓ, 500 ਕਿਲੋ ਦਾ ਭੀਮ ਬਣਾ ਲੈਣੇ ਆਪਾਂ ਕਿਉਂਕਿ ਕਹਿੰਦੇ ਕਾਫੀ ਮੋਟਾ ਤਾਜ਼ਾ ਸੀ, ਬਹੁਤ ਕੁਝ ਖਾਂਦਾ ਸੀ। ਚਲੋ ਤੇ ਫਿਰ ਉਹਦੀ ਰੀਕੋਇਲ ਵੈਲੋਸਿਟੀ ਤੋਂ ਕੱਢੀ ਆ ਸੀ ਕਿਉਂਕਿ ਇਹ ਦੋਨੋਂ ਬਰਾਬਰ ਹੋਣੇ ਚਾਹੀਦੇ ਨੇ, ਇਕੁਅਲ ਐਂਡ ਆਪੋਜ਼ਿਟ। ਤਾਂ ਬੈਂਗਲੀ ਯੈਸ ਸਰ। ਤਾਂ 500 ਤੇ ਇਹਦੇ ਵਿੱਚ ਕਰੋਗੇ ਤੇ 10 ਆ ਜਾਏਗਾ। ਤਾਂ ਰੀਕੋਇਲ ਦੀ ਵੈਲੋਸਿਟੀ ਕਿੰਨੀ ਆਣੀ ਚਾਹੀਦੀ? 1,12,000 ਮੀਟਰ ਪਰ ਸੈਕਿੰਡ। ਯੈਸ ਸਰ। ਇਸ ਵੈਲੋਸਿਟੀ ਨਾਲ ਪਤਾ ਕੀ ਹੋਏਗਾ? ਭੀਮ ਨੇ ਨਾ ਧਰਤੀ 'ਚ ਵੜ ਜਾਣਾ ਸੀ ਅੰਦਰ, ਉਹ ਉੱਥੇ ਖੜਾ ਨਹੀਂ ਇਹ ਕੰਮ ਕਰ ਸਕਦਾ। ਨਿਊਟਨ ਦਾ ਜਿਹੜਾ ਥਰਡ ਲਾਅ ਜਾਂ ਫਿਰ ਥਰਡ ਲਾਅ ਦੀ ਜਗ੍ਹਾ ਮੈਂ ਕੰਜ਼ਰਵੇਸ਼ਨ ਆਫ ਮੋਮੈਂਟਮ ਕਹਾਂ, ਉਹ ਫੋਲੋ ਹੀ ਨਹੀਂ ਹੁੰਦਾ ਇਸ ਮਿਥਿਹਾਸਿਕ ਕਥਾ ਵਿੱਚ। ਕੋਈ ਕਥਾ ਤਾਂ ਕਥਾ ਹੁੰਦੀ ਹੈ, ਕੁਝ ਵੀ ਬੋਲ ਦੋ, ਤੇ ਜ਼ਿਆਦਾਤਰ ਕਥਾਵਾਂ 'ਚ ਕੁਝ ਵੀ ਬੋਲਿਆ ਗਿਆ ਵਾ। That's why it is called mythology, है ना? Yes sir. ਤੇ mythology ਦੇ ਵਿੱਚ ਪਹਿਲੇ ਜਿਹੜੇ 4 ਅਲਫਾਬੈਟ ਨੇ, ਇਹਦਾ ਮਤਲਬ ਕੀ ਹੈ? ਝੂਠ। ਠੀਕ ਹੈ, ਵੈਰੀ ਗੁੱਡ, ਸਿੱਧਾ ਹੀ ਬੋਲਦਾ ਝੂਠ। ਸੋ ਮਿਥ ਦਾ ਮਤਲਬ ਕੀ ਹੈ? ਝੂਠ। ਸੋ ਝੂਠ ਤੇ ਆਧਾਰਿਤ ਕਹਾਣੀਆਂ ਨੂੰ ਆਪਾਂ ਇਹ ਕਹਿੰਦੇ ਆ, ਠੀਕ ਹੈ ਗੱਲ? ਯੈਸ ਸਰ। ਸੋ ਇਹਦਾ ਕਈ ਆਪਾਂ ਨੂੰ ਥੋੜਾ ਬਹੁਤਾ ਸੋਚਣਾ ਚਾਹੀਦਾ ਹੈ, ਇਸ ਤਰ੍ਹਾਂ ਚੀਜ਼ਾਂ ਜਿਹੜੀ ਆ ਸਾਇੰਟੀਫਿਕਲੀ ਪੋਸੀਬਲ ਜਾਂ ਨਾਟ ਪੋਸੀਬਲ ਨੇ, ਤੇ ਉਹੀ ਨਹੀਂ ਮਤਲਬ ਮੱਥੇ ਮਾਰੀ ਜਾਣੇ ਚਾਹੀਦੇ ਇੱਧਰ। ਚਲੋ this was just ਇੱਕ ਕਹਿੰਦੇ consequence of momentum ਦੇ ਤੌਰ ਤੇ ਤੁਹਾਨੂੰ ਸਮਝਾ ਰਿਹਾ ਸੀ ਬਸ ਇਹ ਗੱਲ, ਕੁਝ ਨਹੀਂ ਸੀ। ਸਰ ਇੱਕ ਕੁਐਸਚਨ ਸੀ ਸਰ। ਹਾਂਜੀ ਰਾਜਵੀਰ ਸਰ ਉਹੀ ਖੋਲਿਓ ਮੋਮੈਂਟਮ ਵਾਲੇ ਕੁਐਸਚਨਸ। ਲਾਸਟ ਕੁਐਸਚਨ ਹੈ ਸਰ ਇੱਕ ਮਸ਼ੀਨ ਗਨ ਵਾਲਾ। ਖੜ ਜਾ ਹੁਣੇ ਬੋਲ ਦੂੰ। ਮਸ਼ੀਨ ਗਨ ਚ ਇਕੱਠੇ ਬਹੁਤ ਸਾਰੀ ਉਹ ਨਿਕਲਦੀਆਂ ਗੋਲੀਆਂ। ਹਾਂਜੀ ਸਰ ਉਹੀ। ਅੱਛਾ ਓਏ ਹੋਏ ਇਹ ਕਿੱਧਰ ਚਲਾ ਗਿਆ? ਇੱਧਰ ਆ ਗਿਆ ਸ਼ਾਇਦ। ਆ ਦੇਖ ਆਈ ਆ 10ਵਾਂ। ਹਾਂਜੀ ਸਰ। ਲਓ ਵੀ 10ਵਾਂ ਕੁਐਸਚਨ ਦੇਖੋ ਸਾਰੇ ਜਣੇ। ਮਸ਼ੀਨ ਗਨ ਜਿਹੜਾ ਹੈਗਾ 10 ਕਿਲੋ ਭਾਰ ਫਾਇਰ ਕਰਦੀ ਆ 20 ਗ੍ਰਾਮ ਵਾਲੀਆਂ ਗੋਲੀਆਂ ਐਟ ਦਾ ਰੇਟ ਆਫ 10 ਬੁਲੇਟਸ ਪਰ ਸੈਕਿੰਡ। ਬੜੀ ਇੰਪੋਰਟੈਂਟ ਚੀਜ਼ ਹੈ ਵੀ 1 ਸੈਕਿੰਡ ਦੇ ਵਿੱਚ ਉਹ 10 ਬੁਲੇਟਸ ਫਾਇਰ ਕਰਦੀ ਹੈ, ਠੀਕ ਹੈ ਨਾ ਗੱਲ? 1 ਸੈਕਿੰਡ ਦੇ ਵਿੱਚ 10 ਬੁਲੇਟਸ ਫਾਇਰ ਕਰਦੀ ਹੈ ਵਿਦ ਅ ਸਪੀਡ ਆਫ n। ਬੁਲੇਟ ਦੀ ਵੈਲੋਸਿਟੀ ਇੰਨੀ ਹੈ ਤੇ ਬੁਲੇਟ ਦੀ ਆਪਣੀ ਮਾਸ 20 ਗ੍ਰਾਮ ਹੈ। what force is required to hold the gun in position? ਫੋਰਸ ਕੀ ਹੁੰਦਾ ਹੈ ਦੱਸੋ? ਫੋਰਸ ਹੁੰਦਾ ਚੇਂਜ ਇਨ ਮੋਮੈਂਟਮ ਬਟਾ ਟਾਈਮ, dt ਟਾਈਮ, ਹੈ ਨਾ? ਤੇ ਟਾਈਮ ਜੇ 1 ਸੈਕਿੰਡ ਲੈ ਲਿਆ ਜਾਵੇ ਤਾਂ ਫੋਰਸ ਕਿਹਦੇ ਬਰਾਬਰ ਹੋਏਗਾ? ਚੇਂਜ ਇਨ ਮੋਮੈਂਟਮ। ਯੈਸ ਸਰ। 1 ਸੈਕਿੰਡ ਨੀਚੇ ਕਰਕੇ ਤਾਂ ਮੋਮੈਂਟਮ ਦੀ ਯੂਨਿਟਸ ਕੈਂਸਲ ਹੋਏਗੀ। ਇਨ ਮੈਗਨੀਟਿਊਡ ਇਟ ਵਿਲ ਬੀ ਇਕੁਅਲ ਚੇਂਜ ਇਨ ਮੋਮੈਂਟਮ। ਪਹਿਲੀ ਗੱਲ ਤਾਂ ਇਹ ਕਿ ਜਿਹੜੀ ਗਨ ਹੈਗੀ ਹੈ ਤੁਹਾਡੀ ਕਿੱਥੇ ਕੀ 10 ਕਿਲੋਗ੍ਰਾਮ ਦੀ ਗਨ ਹੈ ਤੇ ਉਹ 20 ਗ੍ਰਾਮ ਦੀ ਬੁਲਟ ਜਿਹੜੀ ਮਸ਼ੀਨ ਗਨ ਤੋਂ ਫਾਇਰ ਕਰਦੀ ਹੈ, ਤੇ ਬੁਲਟ ਇਹਦਾ ਹਿੱਸਾ ਨਹੀਂ ਹੁੰਦੀ ਬੇਸਿਕਲੀ, ਕਿਉਂਕਿ ਬੁਲਟਸ ਜਿਹੜੀਆਂ ਨੇ ਉਹ ਹੁੰਦੀਆਂ ਨੇ ਉਹ ਅਲੱਗ ਤੋਂ ਹੀ ਪੱਟਾ ਪਾਇਆ ਹੁੰਦਾ, ਸਮਝ ਲਓ ਉਹਨੂੰ ਆਪਾਂ ਇਹ ਚੋਂ ਨਹੀਂ ਲੈ ਕੇ ਚੱਲ ਰਹੇ। 20 ਗ੍ਰਾਮ ਦੀ ਇੱਕ ਬੁਲਟ ਫਾਇਰ ਹੁੰਦੀ ਤੇ ਕਿੰਨੀਆਂ ਬੁਲਟਸ? 10 ਬੁਲਟਸ 1 ਸੈਕਿੰਡ ਚ ਫਾਇਰ ਹੋ ਜਾਂਦੀਆਂ ਨਾ। ਯੈਸ ਸਰ। ਇਕੱਠੇ ਮੰਨ ਲਓ 200 ਗ੍ਰਾਮ ਉਹਨੇ ਫਾਇਰ ਕਰ ਦੇਣਾ, ਉਹ ਚੋਂ 200 ਗ੍ਰਾਮ, ਉਹ ਜਿਹੜਾ 200 ਗ੍ਰਾਮ ਫਾਇਰ ਕਰ ਦੇਣਾ ਉਹਦੀ ਵੈਲੋਸਿਟੀ ਕਿੰਨੀ ਹੋਏਗੀ? 500 ਮੀਟਰ ਪਰ ਸੈਕਿੰਡ, ਹੈ ਨਾ? ਤਾਂ ਇਹਦੇ ਕਰਕੇ ਜਿਹੜਾ ਆਪਣੀ ਗਨ ਹੈਗੀ, ਗਨ ਦਾ ਮੋਮੈਂਟਮ ਵੀ ਤਾਂ ਚੇਂਜ ਹੋਏਗਾ ਨਾ 1 ਸੈਕਿੰਡ ਚ। ਉਹ ਜ਼ੀਰੋ ਮੋਮੈਂਟਮ ਹੈਗੀ ਗਨ, ਪਹਿਲਾਂ ਸਟੇਬਲ ਸੀ, ਹੁਣ ਗਨ ਪਿੱਛੇ ਨੂੰ ਰੀਕੋਇਲ ਮਿਲੇਗਾ ਗਨ ਨੂੰ। ਤਾਂ ਗਨ ਨੂੰ ਰੀਕੋਇਲ ਵੈਲੋਸਿਟੀ ਦੇਖ ਲਓ ਪਹਿਲਾਂ ਕਿੰਨੀ ਹੈ।
ਤੇ ਉਹਦੇ ਲਈ ਕੀ ਆ ਇਹਦਾ ਅੱਗੇ ਵਾਲਾ ਮੋਮੈਂਟਮ ਦਾ ਪਿਛਲੇ ਵਾਲੇ ਮੋਮੈਂਟਮ ਦੇ ਬਰਾਬਰ ਹੋਣਾ ਚਾਹੀਦਾ ਹੈ ਟੋਟਲ ਹੈ ਨਾ। ਇਹ ਆਏਗਾ 0.2 किलोग्राम गुणा 500 मीटर पर सेकंड। ये आएगा 10 किलोग्राम गुणा v कितना आ गया 10 2/10 गुणा 500 ते वो 10 इधर गुणा हो जाएगा ऊपर आके 1000 आ गया कि नहीं सर। गलती होगी सर 1000 तो नहीं आऊगा 10 बटा होया चले ये सर नीचे आऊगा 10 आऊगा सर। कितना आ गया 10 10 होगा 10 हाँ 10 होगा मीटर पर सेकंड। ये सर 10 आऊगा। आ वेलोसिटी आई ना गन दी ते ਆਪਾਂ ਗਨ ਦੇ ਉੱਪਰ ਲੱਗਣ ਵਾਲਾ ਕੀ ਪਤਾ ਕਰਨਾ ਹੈ ਫੋਰਸ। ਉਹ ਵੀ 1 ਸੈਕਿੰਡ ਦੇ ਵਿੱਚ ਇਹ ਕਿੰਨਾ ਮੋਮੈਂਟਮ ਜਾਂਦਾ 1 ਸੈਕਿੰਡ 'ਚ ਇਹ ਸਾਰਾ ਕੰਮ ਹੋ ਰਿਹਾ ਇਸ ਲਈ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ। ਇਹਦਾ 1 ਸੈਕਿੰਡ ਦਾ ਆਪਾਂ ਇੱਕ ਮੋਮੈਂਟਮ ਦਾ ਚੇਂਜ ਪਤਾ ਕਰ ਲਈਏ। ਹੁਣ ਗਨ ਦਾ ਮੋਮੈਂਟਮ ਪਹਿਲਾਂ ਕਿੰਨਾ ਸੀ 0 ਹੁਣ ਕਿੰਨਾ ਆ ਮੋਮੈਂਟਮ 10 ਗੁਣਾ 10 100। यस सर। तो चेंज इन momentum 100 in 1 second that is the force। यस सर। so 10 गुणा 10 कितना आएगा ए मीटर पर सेकंड आए किलोग्राम 100 न्यूटन आ दस सर। हाँ जी सर वो कल वाले पेज खोल लियो सर एक सेकंड क्वेश्चन कराया सी कनेक्टेड मोशन। हाँ जी सर कल वाला पेज खोल लियो एक सेकंड क्वेश्चन सी जेड़ा वो। ਅੱਛਾ ਤੁਹਾਡੇ ਵਿੱਚੋਂ ਜਿਹੜੇ ਬੱਚਿਆਂ ਨੇ ਆਪਣਾ ਸਬਜੈਕਟਿਵ ਦਾ ਟੈਸਟ ਦੇਖ ਲਿਆ ਵਾ ਤੇ ਜਿਨ੍ਹਾਂ ਦੇ ਨੰਬਰ ਤੁਹਾਨੂੰ ਲੱਗ ਰਿਹਾ ਕਿ ਬਹੁਤ ਘੱਟ ਨੇ ਆ ਤੁਹਾਨੂੰ ਲੱਗ ਨਹੀਂ ਰਿਹਾ ਪਤਾ ਇਹ ਉਹ ਕੁਝ ਨੂੰ ਕੱਲ ਮੈਂ ਘੱਟੋ ਘੱਟ 10 12 ਜਣਿਆਂ ਨੂੰ ਪ੍ਰੋਬਲਮਸ ਉਹਨਾਂ ਦੀਆਂ ਦੱਸੀਆਂ ਨੇ ਕਿਹੜੀਆਂ ਕਿਹੜੀਆਂ ਗਲਤੀਆਂ ਉਹਨਾਂ ਦੀਆਂ ਰਹੀਆਂ ਨੇ ਤੇ ਕੁਝ ਬੱਚਿਆਂ ਨੂੰ ਮੈਂ ਰਾਤ ਨੂੰ ਕਿਹਾ ਸੀ ਕਰਨ ਨੂੰ ਉਹ ਮੈਸੇਜ ਜਿਨ੍ਹਾਂ ਦਾ ਆਇਆ ਉਹਨਾਂ ਨੂੰ ਭੇਜਤਾ ਜਿਨ੍ਹਾਂ ਨਹੀਂ ਆਇਆ ਹਲੇ ਭੇਜਿਆ ਨਹੀਂ ਮੈਂ ਫਿਰ ਅੱਜ ਭੇਜ ਦੂੰਗਾ ਕੋਈ ਗੱਲ ਨਹੀਂ ਪਰ ਤੁਸੀਂ ਕੋਸ਼ਿਸ਼ ਕਰਿਓ ਕਿ ਅੱਜ ਸ਼ਾਮ ਨੂੰ 4 ਤੋਂ 5 ਵਾਲਾ ਮੈਡੀਕਲ ਦਾ ਲੈਕਚਰ ਤੁਸੀਂ ਜ਼ਰੂਰ ਲਾ ਲਿਓ ਬਾਕੀ ਸਾਰੇ ਬੱਚੇ ਰਹਿਣ ਦਿਓ ਤੁਸੀਂ ਆਪਣਾ ਕੰਮ ਕਰੋ ਜਿਹੜਾ ਜਿਹਨਾਂ ਦਾ ਠੀਕ ਸੀ ਸਬਜੈਕਟਿਵ ਟੈਸਟ ਜਿਨ੍ਹਾਂ ਦੇ 15 ਤੋਂ ਉੱਪਰ ਨੰਬਰ ਆ ਗਏ ਨੇ ਆਪਣਾ ਆਪਣਾ ਕੰਮ ਕਰਿਓ ਤੇ ਤੁਸੀਂ ਜ਼ਰੂਰ ਦੇਖ ਲਿਓ ਕਿਉਂਕਿ ਮੈਂ ਦੱਸਣਾ ਕਿ ਪੇਪਰ ਨੂੰ ਅਟੈਂਪਟ ਕਿਵੇਂ ਕਰਨਾ ਹੈ ਕੀ ਜ਼ਰੂਰੀ ਆ ਕਿਵੇਂ ਲਿਖਣਾ ਆ ਸੋ ਉਹ ਗੱਲਾਂ ਤੁਹਾਡੇ ਲਈ ਵੀ ਜ਼ਰੂਰੀ ਨੇ ਤੁਹਾਨੂੰ ਕਰ ਲੈਣੀ ਚਾਹੀਦੀਆਂ अच्छा अच्छा तो कल वाला क्वेश्चन कह रहा है वो कनेक्टेड मोशन ना आई चाहिएगा कनेक्टेड मोशन केड़ा पेज करना देख ला पहला कि दूजा ਇਹ ਜਿਹੜਾ ਤੁਸੀਂ ਲਿਖਿਆ ਸੀ ਸਰ ਉਹ ਵਾਲਾ ਕਹਿ ਰਿਹਾ ਮੈਂ ਜਿਹੜਾ ਮੈਂ ਲਿਖਿਆ ਸੀ ਹਾਂਜੀ ਉਹ ਹੈਗਾ ਉਹ ਇਹ ਚ ਖੁੱਲ ਜੂਗਾ ਹਾਂ ਕੱਲ ਦੀ ਤਰੀਕ ਵਾਲਾ ਕਹਿ ਰਹੇ ਨਾ ਪੱਕਾ ਹਾਂਜੀ ਸਰ हट जा कल सीगी 16 कल तो आ लिखिया सी मैं बस एक तो आ सीगा देख इतना नहीं कोई दिक्कत नहीं सर क्वेश्चन कराया थी सर क्वेश्चन हाँ फिर इस तो आगे होगा कोई गल नहीं मिल जूगा फिर आ होने हैं कल आ लिखिया सी ये तो अगला इस तो बाद आ सीगे या ਇਹ ਮੈਨੂੰ ਲੱਗਦਾ ਮੈਂ ਕਰਾਤੇ ਸੀਗੇ ਇਹਦੇ ਚ ਨਾ ਇਹ ਚ ਡਾਕੂਮੈਂਟ सेकंड क्वेश्चन बोल ਕਿਹੜਾ ਆ ਵਾਲਾ हाँ जी सर ਹਾਂ ਇਹ ਚ ਦੱਸੋ ਸਰ ਇਹਦੇ ਵਿੱਚ ਸਰ ਫੋਰਸ ਲੱਗ ਰਹੀ ਸੀ 200 ਨਿਊਟਨ ਦੀ ਅੱਗੇ ਨੂੰ ਹਾਂ ਉਹਦੇ ਚ ਟੈਨਸ਼ਨ ਵੀ ਲੱਗ ਰਹੀ ਸੀ ਪਿੱਛੇ ਨੂੰ ਹਾਂਜੀ ਹਾਂਜੀ ਤਾਂ ਸਰ ਆਪਾਂ ਨੇ ਫੋਰਸ ਮਾਈਨਸ ਟੈਨਸ਼ਨ ਇਕੁਅਲ ਟੂ ਨੈਟ ਫੋਰਸ ਲਿਆ ਸੀ ਇਹਦੇ ਲਈ ਆਪਾਂ ਜੇ ਲਿਆ ਤਾਂ ਆਪਾਂ ਫੋਰਸ
ਮਾਈਨਸ ਟੈਂਸ਼ਨ ਇਜ਼ ਇਕੁਅਲ ਟੂ ਮਾਸ ਇਨਟੂ ਐਕਸਲਰੇਸ਼ਨ ਦਾ ਫਾਰਮੂਲਾ ਲਾਇਆ 3 ਕਿਲੋਗ੍ਰਾਮ ਦਾ ਮਾਸ ਸੀਗਾ। ਐਕਸਲਰੇਸ਼ਨ ਆਪਾਂ ਕੈਲਕੂਲੇਟ ਕਰ ਚੁੱਕੇ ਸੀ ਪਹਿਲਾਂ ਹੀ, ਟੋਟਲ ਸਿਸਟਮ ਨੂੰ ਇੱਕ ਮੰਨ ਕੇ 80 ਕਿਲੋਗ੍ਰਾਮ ਨੂੰ 200 ਨਾਲ ਬਟਾ ਕਰਕੇ, ਹਨਾ, ਕਿਉਂਕਿ ਐਕਸਲਰੇਸ਼ਨ ਸਾਰੇ ਸਿਸਟਮ ਦੀ ਹੁੰਦੀ ਹੈ ਬਰਾਬਰ। ਉਹ 2.5 ਆਈ ਸੀ, ਉਹ 2.5 ਇੱਥੇ ਪੁੱਟ ਕਰਤੀ ਆਪਾਂ, ਤਾਂ ਆ ਬਣ ਗਿਆ ਸੀ 75, ਤਾਂ ਟੀ ਆਪਣਾ ਆ ਗਿਆ ਸੀ 200 ਮਾਈਨਸ 75 125, ਆ ਸੀਗਾ ਆਪਣਾ। मतलब कि सर ਜਿਹੜੀ ਆਪਾਂ ਇਕੁਅਲ ਟੂ ਮਾਸ ਇਨਟੂ ਐਕਸਲਰੇਸ਼ਨ ਲਿਆ ਸਰ, ਮਤਲਬ ਕਿ ਜੇ 200 ਅੱਗੇ ਨੂੰ ਲੱਗੇ ਔਰ ਪਿੱਛੇ ਟੈਂਸ਼ਨ ਵੀ ਲੱਗੇ ਤਾਂ ਸਰ ਇੰਨੀ ਫੋਰਸ ਲਾ ਰਹੇ ਆ ਉਹ। ਹਾਂਜੀ, ਪਰ ਸੇ ਜਿਵੇਂ ਜੇ ਪਿੱਛੇ ਟੈਂਸ਼ਨ ਨਾ ਵੀ ਹੁੰਦੀ ਤਾਂ ਵੀ ਉਹਦੀ ਐਕਚੁਅਲ ਫੋਰਸ ਆਹੀ ਲੱਗਣੀ ਸੀ ਮਾਸ ਇਨਟੂ ਐਕਸਲਰੇਸ਼ਨ ਕਰਕੇ। ਜੇ ਪਿੱਛੇ ਨਾ ਹੁੰਦਾ ਕਨੈਕਸ਼ਨ ਤਾਂ ਕਹਿ ਰਿਹਾ ਨਾ ਤੂੰ? ਹਾਂਜੀ ਸਰ, ਤਾਂ ਵੀ ਆਹੀ ਫੋਰਸ ਲੱਗਣੀ ਸੀ, ਟੈਂਸ਼ਨ ਲੱਗ ਰਹੀ ਹੈ ਤਾਂ ਵੀ ਆਹੀ ਲੱਗ ਰਹੀ ਹੈ। ਹੁਣ ਬਹੁਤ ਵਧੀਆ ਤੇਰਾ ਸਵਾਲ, ਵਧੀਆ ਵਾ। ਹੁਣ ਮੇਰੀ ਗੱਲ ਸੁਣ ਧਿਆਨ ਨਾਲ ਦੇਖ। ਜੇ ਮੰਨ ਲੈ ਵੀ ਆਹ 30 ਕਿਲੋਗ੍ਰਾਮ ਦਾ ਇੱਕ weight ਆ, ਠੀਕ ਆ, ਤੇ ਇਹ ਇੱਕ ਸਰਫੇਸ ਤੇ ਪਿਆ ਤੇ ਇਹਨੂੰ ਫੋਰਸ ਲੱਗ ਰਹੀ ਆ 200 ਨਿਊਟਨ, ਇੰਨਾ ਕੁ ਮਸਲਾ ਹੋਣਾ ਸੀ ਨਾ ਫਿਰ। ਹਾਂਜੀ ਸਰ। ਤਾਂ ਐਕਸਲਰੇਸ਼ਨ ਤੇਰੀ 2.5 ਥੋੜੀ ਆਣੀ ਸੀ ਫਿਰ ਤਾਂ ਸਿੱਧਾ ਫੋਰਸ ਆ ਮਾਸ ਆ, ਤਾਂ ਫੋਰਸ ਜਿਹੜਾ 200 ਨਿਊਟਨ ਆ ਉਹ ਬਰਾਬਰ ਹੈ ਉਹਦਾ ਮਾਸ ਤੇ ਇਨਟੂ ਉਹਦੀ ਐਕਸਲਰੇਸ਼ਨ, ਤੇ ਐਕਸਲਰੇਸ਼ਨ ਆਪਣੀ ਆ ਜਾਣੀ ਸੀ 20/3 ਮੀਟਰ ਪ੍ਰਤੀ ਸੈਕਿੰਡ ਸਕੁਅਰ। ਉਹ ਤਾਂ ਵੱਖਰੀ ਚੀਜ਼ ਹੋਣੀ ਸੀ ਫਿਰ। ਠੀਕ ਹੈ ਸਰ। ਤੂੰ ਆਪ ਸੋਚ ਕੇ ਦੇਖ, ਜੇ ਟਰੈਕਟਰ ਪਿੱਛੇ ਇੱਕ ਟਰਾਲੀ ਲੱਗੀ ਆ ਤਾਂ ਟਰੈਕਟਰ ਜਿਹੜਾ ਆ ਉਹ ਇੰਜਨ ਉਹਨੇ ਐਕਸਲਰੇਸ਼ਨ ਨਾਲ ਮਾਲਾ ਖਿੱਚ ਪਾ ਰਿਹਾ ਮੈਕਸਿਮਮ ਕਿਸੇ, ਤੇ ਜੇ ਇੱਕ ਟਰਾਲੀ ਹੋਰ ਲਾ ਦੇਗਾ ਤਾਂ ਆਹ ਵਾਲੀ ਟਰਾਲੀ ਨੂੰ ਵੀ ਪਿੱਛੇ ਨੂੰ ਖਿੱਚ ਜਿਹੜੀ ਪਊਗੀ ਉਹ ਉਹਨੂੰ ਸਲੋ ਡਾਊਨ ਕਰੂਗੀ ਕਿ ਨਹੀਂ ਇਹਨੂੰ ਵੀ? ਹਾਂਜੀ ਸਰ। ਉਹ ਕੰਮ ਇੱਥੇ ਫਿਰ ਆ ਟੈਂਸ਼ਨ ਇਹਨੇ ਆ ਕੇ ਇਹ 200 ਵਿੱਚੋਂ ਟੀ ਘਟਾਇਆ ਪਹਿਲੇ ਬਾਕਸ ਦੇ ਲਈ ਹੀ, ਤੇ ਜਿਹੜਾ ਆ ਟੀ ਇਸ ਟੀ ਦਾ ਰਿਐਕਸ਼ਨ ਆ ਇਹ ਇਸ 50 ਵਾਲੇ ਨੂੰ ਖਿੱਚ ਰਿਹਾ ਵਾ। 50 ਵਾਲੇ ਨੂੰ ਤਾਂ ਕੱਲਾ ਆ ਟੀ ਖਿੱਚ ਰਿਹਾ, ਉਹ ਐਫ ਥੋੜੀ ਖਿੱਚ ਰਿਹਾ। ਉਹ ਐਫ ਤਾਂ ਇਹ ਤੇ ਲੱਗ ਰਿਹਾ, ਸਾਰੇ ਤੇ ਲੱਗ ਰਿਹਾ ਟੋਟਲ। ਤਾਂ 50 ਵਾਲੇ ਦੀ ਇਕੁਏਸ਼ਨ ਬਣੂਗੀ T ਬਰਾਬਰ ਹੈ ਮਾਸ ਇਨਟੂ ਐਕਸਲਰੇਸ਼ਨ, ਤੇ ਐਕਸਲਰੇਸ਼ਨ 2.5 ਸੀਗੀ ਤਾਂ T ਕਿੰਨੀ ਆ ਗਈ 125। ਨਹੀਂ ਪਤਾ ਨਹੀਂ ਇਹ ਗਲਤ ਹੋ ਗਿਆ ਜੀ, 25 75 125 ਆਊਗੀ, ਉਹ ਤਾਂ 125 ਆਊਗੀ ਨਾ, ਟੈਂਸ਼ਨ ਤਾਂ 125 ਆਈ ਆ ਗਈ ਇੱਥੇ, ਜਦੋਂ ਮਰਜ਼ੀ ਕਰ ਲਓ। 75 ਦਾ ਉਦੋਂ ਆਨਸਰ ਆਇਆ ਜਦੋਂ ਫੋਰਸ ਕਹਿੰਦੇ 50 ਵਾਲੇ ਪਾਸੇ ਨੂੰ ਲਾਇਆ, ਤਾਂ ਉਹ ਵੱਖਰਾ ਸਵਾਲ ਬਣਾਇਆ ਸੀ। ਤੇ ਕੱਲ ਮੈਂ ਦੱਸਿਆ ਵੀ ਸੀ ਤੁਹਾਨੂੰ ਕਿ ਜੇ ਟਰਾਲੀਆਂ ਹੈਗੀਆਂ 2 ਟਰੈਕਟਰ ਪਿੱਛੇ ਲਾਈਆਂ ਤਾਂ ਕਿਹੜੀ ਟਰਾਲੀ ਲੋਡ ਕਰਨੀ ਚਾਹੀਦੀ ਆ, ਪਹਿਲੀ ਕਿ ਦੂਜੀ? ਕੱਲ ਇੱਥੇ ਵੀ ਗੱਲ ਹੋਈ ਸੀ ਤਾਂ ਪਹਿਲੀ। ਇੱਥੇ ਦੁਬਾਰਾ ਕਰਾਂ ਗੱਲ ਰਾਜਵੀਰ? ਹਾਂਜੀ ਸਰ ਕਰ ਦੋ। ਹਾਂ ਦੇਖੋ ਕੋਈ ਗੱਲ ਨਹੀਂ, ਸਾਰੇ ਜਣੇ ਦੇਖ ਲਓ ਵੀ ਦੁਬਾਰਾ, ਕਈ ਵਾਰ ਕੋਈ ਗੱਲ ਹੁੰਦੀ ਆ ਆਪਣੇ ਮਾਈਂਡ 'ਚ ਨਹੀਂ ਫਿੱਟ ਬੈਠ ਰਹੀ ਹੁੰਦੀ, ਇੱਕ ਵਾਰ ਐਵੇਂ, ਕਿਉਂਕਿ ਫਾਹਾ ਵੱਢਣ ਦਾ ਕੋਈ ਫਾਇਦਾ ਨਹੀਂ ਹੈ, ਤੁਸੀਂ ਬਾਅਦ ਵਿੱਚ ਫਿਰ ਨਹੀਂ ਕਰ ਪਾਓਗੇ, ਇਸ ਲਈ ਬਹੁਤ ਧਿਆਨ ਨਾਲ ਐ ਪੁੱਛ ਲਿਆ ਕਰੋ ਜਿੰਨੀ ਮਰਜ਼ੀ ਵਾਰੀ। ਦੇਖੋ ਪਹਿਲੀ ਤਾਂ ਸਿਚੁਏਸ਼ਨ ਹੈਗੀ ਰਾਜਵੀਰ ਆਹੀ ਵਾਲੀ, ਜਿਹੜੀ ਆਹੀ ਆ ਪਹਿਲਾ ਸਵਾਲ ਇਹਨਾਂ ਨੇ ਰਿਹਾ ਜਦੋਂ ਉਹ 200 ਨਿਊਟਨ ਅਪਲਾਈਡ ਔਨ M1 ਆਦੇ, ਤਾਂ ਪਹਿਲਾ ਡਾਇਗਰਾਮ ਜਿਹੜਾ ਬਣਿਆ ਉਹ ਇਹਦੇ ਪਹਿਲੇ ਸਵਾਲ ਦਾ ਹੀ ਆ। ਹੁਣ ਟੈਂਸ਼ਨ ਪਤਾ ਕਰਨੀ ਹੈ ਇੱਥੇ, ਤਾਂ ਤੁਹਾਨੂੰ ਪਤਾ ਹੀ ਹੈ, ਮੈਂ ਪਹਿਲੇ ਇਹਨੂੰ ਸਭ ਤੋਂ ਪਹਿਲਾ ਕੰਮ ਹੁੰਦਾ ਪੂਰੇ ਦੇ ਪੂਰੇ ਸਿਸਟਮ ਨੂੰ ਇੱਕ ਮੰਨ ਲਾ ਤੂੰ, ਕਿਉਂਕਿ ਸਿਸਟਮ ਪੂਰਾ ਚੱਕਣਾ ਪੈ ਰਿਹਾ ਨਾ। ਜੇ ਆਹ ਫੋਰਸ ਨਾ ਲੱਗੇ ਦੱਸ ਆਪਣੇ ਆਪ ਬੋਡੀ ਮੂਵ ਕਰ ਜੂਗੀ? ਦੋਨੋਂ ਬੋਡੀ ਮੂਵ ਕਰ ਜਾਣਗੀਆਂ? ਦੱਸ ਮੈਨੂੰ। ਹੈ 2 ਟਰਾਲੀਆਂ ਆਪਸ ਵਿੱਚ ਜੋੜ ਦਈਏ, ਨਾ ਲਾਈਏ ਫੋਰਸ ਤਾਂ ਚੱਲਣਗੀਆਂ ਉਹ? ਰਾਜਵੀਰ ਦੁਬਾਰਾ ਦੱਸੋ ਸਰ, ਮੈਂ ਡਿਸਕਨੈਕਟ ਹੋ ਗਿਆ ਸੀ। ਅੱਛਾ ਮੈਂ ਕਹਿ ਰਿਹਾ ਜੇ 2 ਟਰਾਲੀਆਂ ਐਂ ਜੋੜ ਦਈਏ ਆਪਾਂ, ਪਰ ਅੱਗੇ ਆਹ ਵਾਲਾ ਫੋਰਸ ਨਾ ਲਾਈਏ ਤਾਂ ਉਹ ਤੁਰਨਗੀਆਂ? ਨਹੀਂ ਸਰ, ਨਹੀਂ ਤੁਰਨਗੀਆਂ ਨਾ। ਤਾਂ ਆਪਾਂ ਹੁਣ ਫੋਰਸ ਜਿਹੜਾ ਲਾ ਰਹੇ ਆ ਦੋਨੋਂ ਟਰਾਲੀਆਂ ਨੂੰ ਇਕੱਠੇ ਲਾ ਰਹੇ ਆ, ਦੋਨੋਂ ਤੋੜਨੀਆਂ ਨੇ ਨਾ, ਹੁਣ ਬੰਨੀਆਂ ਹੋਈਆਂ ਆਪਸ ਚ। ਹਾਂਜੀ ਸਰ। ਤਾਂ ਹੁਣ ਸਭ ਤੋਂ ਪਹਿਲੇ ਕੰਮ ਹੁੰਦੀ ਹੈ ਇਸ ਪੂਰੇ ਦੇ ਪੂਰੇ ਸਿਸਟਮ ਦੀ ਐਕਸਲਰੇਸ਼ਨ ਕੱਢਣੀ, ਕਿਉਂਕਿ ਪੂਰੇ ਸਿਸਟਮ ਦੀ ਐਕਸਲਰੇਸ਼ਨ ਸਾਂਝੀ ਹੁੰਦੀ ਆ। ਜੇ ਕਿਸੇ ਇੰਜਨ ਪਿੱਛੇ ਡੱਬੇ ਲੱਗੇ ਹੋਏ ਨੇ ਗੱਡੀ ਦੇ, ਤਾਂ ਡੱਬਿਆਂ ਦੀ ਤੇ ਇੰਜਨ ਦੀ ਜਿਹੜੀ ਸਪੀਡ ਆ ਇੱਕ ਟਾਈਮ ਤੇ ਇੱਕ ਹੀ ਹੋਊਗੀ। ਜੇ ਵਧੂਗੀ ਤਾਂ ਸਾਰਿਆਂ ਦੀ ਵਧੂਗੀ, ਘਟੂਗੀ ਤਾਂ ਸਾਰਿਆਂ ਦੀ ਘਟੂਗੀ। ਕਦੇ ਐ ਹੋਇਆ ਕਿ ਇੰਜਨ ਬੜੀ ਤੇਜ਼ ਹੋ ਕੇ ਨਿਕਲ ਕੇ ਸਟੇਸ਼ਨ ਪਹੁੰਚ ਗਿਆ, ਡੱਬੇ ਪਿੱਛੇ ਆ ਰਹੇ ਨੇ, ਕਹਿੰਦੇ ਜੀ ਅਸੀਂ ਤਾਂ ਪਿੱਛੇ ਰਹਿ ਗਏ? ਜੁੜੇ ਹੋਏ ਨੇ ਨਾ ਨਾਲ, ਤਾਂ ਉਹਨਾਂ ਸਾਰਿਆਂ ਦੀ ਐਕਸਲਰੇਸ਼ਨ ਸਾਂਝੀ ਆ, ਬਰਾਬਰ ਆ।
ਸੋ ਫੋਰਸ ਬਾਰੇ ਤੈਨੂੰ ਇੱਕ ਜਾਣਕਾਰੀ ਹੈਗੀ ਸੀ ਇੱਥੇ ਕਿ 200 ਨਿਊਟਨ ਹੈ। ਐਕਸਲਰੇਸ਼ਨ ਸਾਂਝੀ ਮੈਨੂੰ ਪਤਾ ਨਹੀਂ, ਤੇ ਮਾਸ ਬਾਰੇ ਵੀ ਜਾਣਕਾਰੀ ਸੀ ਕਿ ਸਾਰੇ ਸਿਸਟਮ ਦਾ ਮਾਸ ਕਿੰਨਾ ਹੈ, 80 ਕਿਲੋ ਆ। ਸਾਰਾ ਜੋੜਤਾ ਨਾ ਆਪਾਂ, ਇਕੱਠਾ ਜਿਹੜਾ ਖਿੱਚਣਾ ਹੈ, ਇਹਨੇ 30 ਕਿਲੋ ਥੋੜੀ ਖਿੱਚਣਾ ਹੈ, ਇਹਨੇ ਕਿੰਨਾ ਖਿੱਚਣਾ ਹੈ, 80 ਕਿਲੋ ਖਿੱਚਣਾ ਹੈ। ਸੋ ਫੋਰਸ ਜਿਹੜਾ ਆ ਉਹ ਬਰਾਬਰ ਹੋਏਗਾ ਪੂਰੇ ਸਿਸਟਮ ਦਾ ਮਾਸ ਤੇ ਸਿਸਟਮ ਦੀ ਐਕਸਲਰੇਸ਼ਨ। ਸੋ ਐਕਸਲਰੇਸ਼ਨ ਕਿਹਦੇ ਬਰਾਬਰ ਆਈ, 2.5। ਇੱਥੋਂ ਆਪਾਂ ਨੂੰ ਐਕਸਲਰੇਸ਼ਨ ਮਿਲ ਗਈ। ਹੁਣ ਐਕਸਲਰੇਸ਼ਨ ਜਦੋਂ ਮਿਲ ਗਈ ਤਾਂ ਇਸ ਸਿਸਟਮ ਨੂੰ ਆਪਾਂ ਫਿਰ ਐਂ ਦੇਖਣਾ ਬੰਦ ਕਰ ਦਿੰਨੇ ਆ, ਕਿਉਂਕਿ ਹੁਣ ਆਪਾਂ ਨੂੰ ਐਕਸਲਰੇਸ਼ਨ ਕੱਲੇ ਕੱਲੇ ਦੀ ਮਿਲ ਗਈ, ਸਭ ਦੀ ਹੈਗੀ ਆ, ਇਹਦੀ ਵੀ 19 ਆ, ਇਹਦੀ ਵੀ 19 ਆ। ਤਾਂ ਹੁਣ ਆਪਾਂ ਕੱਲੀ ਕੱਲੀ ਬਾਡੀ ਲਈ ਜੇ ਕੰਸੀਡਰ ਕਰਾਂਗੇ ਤਾਂ ਟੈਂਸ਼ਨ ਮਿਲ ਸਕਦੀ ਹੈ ਆਪਾਂ ਨੂੰ। ਟੈਂਸ਼ਨ ਕਿੰਨੀ ਆ, ਟੈਂਸ਼ਨ ਲਈ ਤੂੰ ਕੀ ਕਰ, ਤੂੰ ਇਹਨੂੰ ਕੱਲੇ ਇਹਨੂੰ ਕੰਸੀਡਰ ਕਰ ਲਾ ਬਸ। ਇਹਨੂੰ ਤਾਂ ਇੱਕੋ ਹੀ ਫੋਰਸ ਲੱਗ ਰਿਹਾ ਨਾ, ਕੱਲਾ T, ਤੇ ਹੋਏਗਾ ਮਾਸ। ਹੁਣ ਕੱਲਾ 50 ਕਿਲੋਗ੍ਰਾਮ ਦੀ ਗੱਲ ਹੋ ਰਹੀ ਹੈ, ਤੇ ਐਕਸਲਰੇਸ਼ਨ ਜਿੰਨਾ ਹੈਗਾ ਆ ਗਿਆ 125 ਨਿਊਟਨ। ਆਈ ਪੁੱਛਿਆ ਸੀ, ਠੀਕ ਹੈ ਸਰ। ਹੁਣ ਦੂਜੇ ਪਾਸੇ ਕਹਿੰਦੇ ਕਿ ਜੇ ਦੂਜਾ ਹੋਵੇ ਕਿ M2 ਤੇ ਫੋਰਸ ਲੱਗ ਰਿਹਾ ਹੋਵੇ, ਕਹਿਣ ਦਾ ਭਾਵ ਹੈ ਕਿ ਇਹ ਇਸੇ ਦੀ ਡਾਇਗਰਾਮ ਨੂੰ ਮੈਂ ਬਦਲ ਦਿੰਦਾ ਵਾ। ਉਹ ਕਹਿੰਦੇ ਸਿਚੁਏਸ਼ਨ ਆ ਨਹੀਂ ਗਈ, ਹੁਣ ਸਿਚੁਏਸ਼ਨ ਆਹ ਆ ਕਿ ਆ ਜਿਹੜਾ ਫੋਰਸ ਆ ਇੱਥੇ ਲੱਗ ਹੀ ਨਹੀਂ ਰਿਹਾ, ਭੁੱਲ ਜਾ ਇਹਨੂੰ, ਕੁਝ ਨਹੀਂ ਹੈਗਾ। ਤੇ ਆਹ ਫੋਰਸ ਇੱਧਰ ਨੂੰ ਲੱਗ ਰਿਹਾ 200 ਨਿਊਟਨ। ਹੁਣ ਫੇਰ ਫੋਰਸ ਤੇ ਪੂਰੇ ਸਿਸਟਮ ਦੀ ਗੱਲ ਕरेंगे ਤਾਂ ਫੇਰ ਆਹੀ ਮਾਸ ਇਨਟੂ ਐਕਸਲਰੇਸ਼ਨ ਕਰੇਗਾ, ਫੇਰ ਐਕਸਲਰੇਸ਼ਨ ਇੰਨੀ ਆ ਜੂਗੀ, ਇੱਥੇ ਕੋਈ ਦਿੱਕਤ ਨਹੀਂ। ਪਰ ਐਕਸਲਰੇਸ਼ਨ ਹੁਣ ਇਸ ਦਿਸ਼ਾ 'ਚ ਹੈ 2.5, ਇਹਦੀ ਵੀ ਤੇ ਇਹਦੀ ਵੀ। ਹੁਣ ਤੂੰ ਇਹਨੂੰ ਲੈ ਲਾ ਭਾਵੇਂ, ਤਾਂ ਇਹ ਕੀ ਆਊਗਾ, T ਬਰਾਬਰ ਹੈ 30 ਗੁਣਾ 2.5, 75 ਨਿਊਟਨ ਆ ਗਿਆ। ਤੇ ਜੇ ਕਿਸੇ ਬੱਚੇ ਨੇ ਇਹਨੂੰ ਲੈ ਕੇ ਨਹੀਂ ਕਰਨਾ ਕੰਮ, ਮੈਂ ਕਹਿੰਦਾ ਕੋਈ ਗੱਲ ਨਹੀਂ, ਇਹਦੇ ਲਈ ਆਪਣੀ ਆਜ਼ਾਦੀ ਆ, ਆਪਾਂ ਇਹਨੂੰ ਲੈ ਲੈਂਦੇ ਆ। ਪਰ ਹੁਣ ਇਹਦੇ 'ਚ ਕੀ ਹੋਊਗਾ, 200 ਨਿਊਟਨ ਮਾਈਨਸ T ਆਊਗਾ, ਬਰਾਬਰ ਹੈ 50 ਗੁਣਾ 2.5, ਕਿਉਂਕਿ ਹੁਣ ਇਹਦੇ ਫੋਰਸ ਦੇ ਨਾਲ ਪਿੱਛੇ ਟੈਂਸ਼ਨ ਵੀ ਲੱਗ ਰਹੀ ਨਾ। ਤੇ ਕਿੰਨਾ ਆ ਗਿਆ 125। ਯੈਸ ਸਰ। 200 ਮਾਈਨਸ 125 75 ਨਿਊਟਨ। ਦੇਖ ਲਾ ਆਂਸਰ ਆ ਗਿਆ, ਭਾਵੇਂ ਏਦਾਂ ਲੈ ਲਾ ਭਾਵੇਂ ਏਦਾਂ ਕਰ ਲਾ। ਇਹੀ ਮੈਂ ਕੱਲ ਸਮਝਾ ਰਿਹਾ ਤੁਹਾਨੂੰ। ਜਿਹੜੇ ਮਰਜ਼ੀ ਪਾਸੇ ਕੰਨ ਫੜੋ, ਤੁਹਾਨੂੰ ਆਣਾ ਚਾਹੀਦਾ ਕਰਨਾ ਇਹ ਕੰਮ ਬਸ। ਠੀਕ ਹੈ ਰਾਜਵੀਰ? ਹਾਂਜੀ ਪਿਊਸ਼। ਸਰ ਆ ਐਗਜ਼ਾਮਪਲ ਦੇ ਵਿੱਚ ਸਰ ਆਪਾਂ ਨੇ ਸਰ ਟੋਟਲ ਜਿਹੜੀ ਫੋਰਸ ਹੈ ਸਰ ਉਹ ਕੱਢੀ ਹੈ ਨਾ। ਠੀਕ ਹੈ ਸਰ। ਸਰ मतलब सर दोनों पासे सर टेंशंस 75 आ गई है ना। हाँ तो सर मतलब सर फिर सर जो 50 रहेगी, हाँ सर 75 75 सर 150, सर टोटल फोर्स लगी 200। तो सर जो लेफ्ट 50 रहेगी हाँ। सर वो कितने चली गई? देखना फोर्स लगी आ टोटल 200 न्यूटन ਜਿਹੜੀ ਇਸ ਕੇਸ ਚ ਪਹਿਲੇ ਕੇਸ ਚ, ਤੇ ਟੈਂਸ਼ਨ ਇਨ ਦਾ ਥ੍ਰੈਡ ਹੈਗੀ ਆ 125 ਨਿਊਟਨ। ਠੀਕ ਹੈ ਗੱਲ? ਫੋਰਸ ਕਿਤੇ ਫੋਰਸ ਕੋਈ ਖੰਡ ਨਹੀਂ ਗਈ ਵੀ 3 ਚਮਚ ਹੈਗੀ ਆ ਤੇ 2 ਚਮਚ ਖਾ ਗਿਆ ਰਾਜਵੀਰ, ਅੱਧਾ ਚਮਚ ਖਾ ਗਏ ਵਰੁਣ ਸਰ, ਅੱਧਾ ਚਮਚ ਬਚ ਗਈ। ਠੀਕ ਆ, ਉਹ ਏਦਾਂ ਨਹੀਂ ਵੰਡੀ ਜਾਂਦੀ ਫੋਰਸ ਹੁੰਦੀ ਆ। ਉਹ ਫੋਰਸ ਦਾ ਇੰਪੈਕਟ ਪੂਰੇ ਸਿਸਟਮ ਤੇ ਅਲੱਗ-ਅਲੱਗ ਕਿਵੇਂ ਡਿਸਟ੍ਰੀਬਿਊਟ ਹੋਇਆ, ਉਹ ਆਪਣੇ ਲਈ ਜਿਹੜੀ ਕੰਜ਼ਰਵਡ ਕੁਆਂਟੀਟੀ ਹੁੰਦੀ ਹੈ। ਤੁਸੀਂ ਕੰਜ਼ਰਵੇਸ਼ਨ ਆਫ ਫੋਰਸ ਪੜ੍ਹਿਆ ਕਦੇ? force is conserved ਪੜਿਆ ਕਦੀ? No sir। ਨਹੀਂ ਨਾ ਪੜਿਆ। force is not conserved। conserved ਹੁੰਦੀ ਹੈ ਲੀਨੀਅਰ ਮੋਮੈਂਟਮ, conserved ਹੁੰਦੀ ਹੈ એનર્ਜੀ, conserved ਹੁੰਦਾ ਹੈ ਕੈਮੀਕਲ ਰਿਐਕਸ਼ਨ ਚ ਮਾਸ। ਠੀਕ ਹੈ, ਤੇ ਅੱਗੇ ਜਾ ਕੇ ਆਪਾਂ ਪੜਾਂਗੇ ਮਾਸ એનર્ਜੀ ਇਕੁਇਵਲੈਂਸ। ਬਟ ਫੋਰਸ ਨੂੰ ਐ ਨਾ ਦੇਖੋ ਕਿ 200 ਸੀ 125 ਇੱਥੇ ਆ ਗਈ, ਬਾਕੀ ਉਹ ਕਿੱਥੇ ਗਈ। ਇਹ ਫੋਰਸ ਵੈਕਟਰ ਦੀ ਤਰ੍ਹਾਂ ਹੁੰਦਾ ਹੈ, ਕੰਮ ਕਰਦਾ ਹੈ ਵੈਕਟਰ ਦੀ ਤਰ੍ਹਾਂ, ਐਡ ਜਾਂ ਸਬਟ੍ਰੈਕਟ ਹੁੰਦਾ ਹੈ ਤੇ ਡਾਇਰੈਕਸ਼ਨ ਦੇ ਨਾਲ ਮੈਟਰ ਕਰਦਾ ਹੈ। ਹੁਣ ਇਹ ਚ ਦੇਖ, ਇਹਦੇ ਚ ਜੇ 200 ਨਿਊਟਨ ਨੂੰ ਮੈਂ ਤੈਨੂੰ ਦਿਖਾਵਾਂ ਕਿ ਕਿਵੇਂ ਜੇ ਡਿਸਟ੍ਰੀਬਿਊਟ ਕਰਕੇ ਦੇਖਣਾ ਹੀ ਚਾਹਨਾ ਤੂੰ, ਤੇ ਇਸ 200 ਨਿਊਟਨ ਨੇ ਇਸ 30 ਕਿਲੋਗ੍ਰਾਮ ਤੇ ਕੱਲੀ ਥੋੜੀ ਉਹ ਕੀਤੀ ਆ ਐਕਸਲਰੇਸ਼ਨ ਪੈਦਾ ਕੀਤੀ ਹੈ ਹਨਾ, ਇਸ 200। ਸੋ ਇਸ 30 ਕਿਲੋਗ੍ਰਾਮ ਤੇ ਕੱਲੇ 30 ਕਿਲੋਗ੍ਰਾਮ ਤੇ ਮੈਨੂੰ ਦੱਸ ਕਿੰਨਾ ਫੋਰਸ ਲੱਗ ਰਿਹਾ। 200 ਨਿਊਟਨ ਮਾਈਨਸ 125 ਕਿੰਨਾ ਲੱਗ ਰਿਹਾ? 75। ਤੇ ਇਸ 50 ਕਿਲੋਗ੍ਰਾਮ ਤੇ ਦੱਸ ਮੈਨੂੰ ਕਿੰਨਾ ਫੋਰਸ ਲੱਗ ਰਿਹਾ? 125। ਤੇ ਟੋਟਲ ਫੋਰਸ ਕਿੰਨਾ ਸੀਗਾ? 200। ਮੈਂ ਤੈਨੂੰ ਉਦਾਂ ਦਿਖਾ ਦਿੰਦੇ
ਸਰ ਫਿਰ ਉਹਦੇ ਤਾਂ ਆਪਾਂ ਉਹ ਲਿਖਿਆ 75 ਨਿਊਟਨ ਕਿੱਥੇ ਲਿਖਿਆ? ਆ ਸਰ ਆ ਗ੍ਰੀਨ ਦੇ ਵਿੱਚ ਕੀ ਲਿਖਿਆ? ਅਸਲ ਜੋ ਤੁਸੀਂ ਗ੍ਰੀਨ ਨਾਲ ਕੀਤਾ 200 ਨਿਊਟਨ ਮਾਈਨਸ ਟੀ। ਹਾਂ ਸਰ ਆ ਕਿੱਦਾਂ ਆ ਗਿਆ ਫਿਰ ਸਰ 75? ਸਰ ਆ ਵੀ ਤਾਂ 125 ਆਣਾ ਚਾਹੀਦਾ ਸੀ ਫਿਰ। ਕਿਉਂ 200 ਨਿਊਟਨ ਵਿੱਚੋਂ ਭਰਾਵਾ ਇੱਕ ਦੇਖਣਾ, ਇੱਕ ਬਾਡੀ ਨੂੰ ਇਧਰ ਨੂੰ ਲੱਗ ਰਿਹਾ 200 ਨਿਊਟਨ, ਪਿੱਛੇ ਨੂੰ ਲੱਗ ਰਿਹਾ 125 ਨਿਊਟਨ, ਤਾਂ ਇਹਨੂੰ ਫਿਰ ਕਿੰਨਾ ਲੱਗ ਰਿਹਾ ਹੈ ਨੈਟ? ਸਰ 75। ਫਿਰ ਉਹ ਦਿਖਾ ਰਿਹਾ ਮੈਂ ਤੈਨੂੰ ਕਿ ਇਹਦੇ ਵਿੱਚੋਂ 75 ਨਿਊਟਨ ਨੇ ਇਹਨੂੰ ਐਕਸਲਰੇਟ ਕੀਤਾ ਹੋਇਆ ਵਾ, 125 ਨਿਊਟਨ ਨੇ ਇਹਨੂੰ ਐਕਸਲਰੇਟ ਕੀਤਾ ਹੋਇਆ। ਕਹਿਣ ਦਾ ਭਾਵ ਇਹ ਆ ਜਿਹੜੀ ਚੀਜ਼ ਭਾਰੀ ਹੈ ਉਸਨੇ ਜ਼ਿਆਦਾ ਫੋਰਸ ਕੰਜ਼ਿਊਮ ਕੀਤਾ ਹੋਇਆ, ਜਿਹੜੀ ਚੀਜ਼ ਹਲਕੀ ਹੈ ਉਹਨੇ ਘੱਟ ਫੋਰਸ ਕੰਜ਼ਿਊਮ ਕੀਤਾ ਹੋਇਆ। ਪਰ ਜਦੋਂ ਫੋਰਸ ਬਟਾ ਮਾਸ ਕਰਦੇ ਆ, ਫੋਰਸ ਬਟਾ ਮਾਸ ਇਹਦਾ ਵੀ ਟਾਈ ਆਏਗਾ, ਫੋਰਸ ਬਟਾ ਮਾਸ ਇਹਦਾ ਵੀ ਟਾਈ ਆਏਗਾ। ਹੁਣ ਦੱਸ, ਕਿਉਂਕਿ ਸਾਂਝਾ ਕੀ ਹੈ? ਐਕਸਲਰੇਸ਼ਨ ਸਾਂਝੀ ਹੈ, ਮਾਸ ਥੋੜੀ ਸਾਂਝਾ। ਹਾਂਜੀ ਸਰ। ਟ੍ਰੇਨ ਤੇ ਇੱਕ ਡੱਬੇ ਤੇ ਏਸੀ ਵਾਲੇ ਡੱਬੇ ਹੁੰਦੇ ਨੇ, ਉਹ ਤੇ ਮਸਾਂ 50 ਬੰਦੇ ਬੈਠੇ ਹੁੰਦੇ ਨੇ ਆਰਾਮ ਨਾਲ। ਜਿਹੜਾ ਸਲੀਪਰ ਕਲਾਸ ਦੇ ਵਿੱਚ 72 ਸੀਟਾਂ ਹੁੰਦੀਆਂ ਨੇ ਪਰ ਬੰਦਾ 200 ਚੜਿਆ ਹੁੰਦਾ। ਜਿਹੜਾ ਹੁੰਦਾ ਜਨਰਲ ਵਾਲਾ ਡੱਬਾ ਜਿਸ 'ਚ ਰਿਜ਼ਰਵੇਸ਼ਨ ਨਹੀਂ ਹੁੰਦੀ, ਤੁਸੀਂ ਚਲੋ ਕਦੇ ਨਾ ਦੇਖਣਾ ਪਵੇ ਚੰਗੀ ਗੱਲ ਹੈ, ਮੈਂ ਤਾਂ ਬੜਿਆ ਹੋਇਆ ਉਹ 'ਚ, ਤੇ 400 ਬੰਦਾ ਹੁੰਦਾ ਉਹ 'ਚ, ਸਾਹ ਲੈਣਾ ਔਖਾ ਹੋ ਜਾਂਦਾ। ਪਰ ਕੀ ਜਿਹੜਾ ਭਾਰਾ ਡੱਬਾ ਹੁੰਦਾ ਆ, ਜਿਹੜਾ ਜਿਸ 'ਚ ਜ਼ਿਆਦਾ ਬੰਦੇ ਚੜ ਜਾਂਦੇ ਆ, ਉਹ ਡੱਬਾ ਸਲੋ ਹੋ ਜਾਂਦਾ? ਨੋ ਸਰ, ਇਹ ਨਾ ਹੁੰਦਾ। ਸਾਰੇ ਨੇ ਉਹ ਕੰਜ਼ਿਊਮ ਜ਼ਿਆਦਾ ਕਰਦਾ ਹੋਏਗਾ, ਟੈਂਸ਼ਨ ਜ਼ਿਆਦਾ ਕ੍ਰੀਏਟ ਕਰਦਾ ਹੋਏਗਾ, ਤਾਂ ਕਿ ਟੈਂਸ਼ਨ ਦਾ ਡਿਫਰੈਂਸ ਕਰਕੇ ਉਹ ਅੱਗੇ मूव कर सके। क्योंकि एक्सेलरेशन मजबूरी है, सब बनने आया, सब ਦੀ एक्सेलरेशन बराबर ही है, ਉਹ ਕਦੇ ਵੀ ਨਹੀਂ ਬਦਲ ਸਕਦੀ ਕਿਉਂਕਿ ਸਾਰੇ ਡੱਬਿਆਂ ਦੀ ਅਲੱਗ-ਅਲੱਗ ਨਹੀਂ ਹੋ ਸਕਦੀ। ਫਿਰ ਸਾਰਿਆਂ ਦਾ ਅਲੱਗ-ਅਲੱਗ ਕੀ ਹੋ ਸਕਦਾ ਹੈ? ਸਾਰਿਆਂ ਦਾ ਅਲੱਗ-ਅਲੱਗ ਹੋ ਸਕਦਾ ਹੈ ਮਾਸ, ਤੇ ਸਾਰਿਆਂ ਦਾ ਅਲੱਗ-ਅਲੱਗ ਹੋਏਗਾ ਫੋਰਸ, ਨੈਟ ਫੋਰਸ ਜਿਹੜਾ ਉਹਨਾਂ ਤੇ ਲੱਗ ਰਿਹਾ, ਤਾਂ ਕਿ ਐਕਸਲਰੇਸ਼ਨ ਸੇਮ ਰਹੇ। ਹਾਂਜੀ ਸਰ। ਸੋ ਇਹਨਾਂ ਦੇ ਵਿੱਚ ਐਕਸਲਰੇਸ਼ਨ ਜਿਹੜੀ ਹੈ, ਜੇ ਮੈਂ ਇੱਥੇ ਵੀ ਐਕਸਲਰੇਸ਼ਨ ਲਿਖਾਂ, ਐਕਸਲਰੇਸ਼ਨ ਇਹਦੀ ਕਿੰਨੀ ਹੈ 2.5, ਇਹਦੀ ਕਿੰਨੀ ਹੈ 2.5। ਆਹੀ ਇੱਕ ਚੀਜ਼ ਸਾਂਝੀ ਹੈ, ਇਹਨਾਂ ਦੇ ਫੋਰਸ ਵੀ ਵੱਖਰੇ ਵੱਖਰੇ, ਨੈਟ ਫੋਰਸ, ਤੇ ਇਹਨਾਂ ਦੇ ਮਾਸਸ ਵੀ ਵੱਖਰੇ ਨੇ। ਹਾਂਜੀ ਅਨੁਰਾਗ। ਸਰ ਜਿਵੇਂ ਆਪਾਂ ਇਹਨਾਂ ਕੇਸ ਲੈ ਰਹੇ ਸਰ, ਮਾਸ 30 kg ਹੈ ਸਰ। ਹਾਂਜੀ ਸਰ ਮਾਸ ਕਾਂਸਟੈਂਟ ਨਾ ਰਵੇ ਸਰ, ਉਹਦੇ ਵਿੱਚ ਜੇ ਮਾਸ ਕਾਂਸਟੈਂਟ ਨਾ ਰਵੇ ਸਰ, ਜਿਵੇਂ ਮਾਸ ਹੁਣ 30 kg ਹੈ, ਹਾਂ ਅੱਗੇ ਜਾ ਕੇ ਅੱਗੇ ਵਧੇ ਸਰ ਉਹ 25 ਹੋ ਜੇ, ਫਿਰ ਸਰ ਉਹ ਮੈਨੂੰ ਨਾ ਤੇਰਾ ਘੱਟ ਆਵਾਜ਼ ਸੁਣੀ ਹੈ, ਬਾਕੀ ਕਿਸੇ ਨੂੰ ਸੁਣਿਆ ਹੋਵੇ ਤਾਂ ਦੁਬਾਰਾ ਐਕਸਪਲੇਨ ਕਰ ਦਿਓ ਮੈਨੂੰ, ਜਿਹਨੂੰ ਸਾਰਾ ਆਵਾਜ਼ ਪ੍ਰੋਪਰ ਆਈ ਹੋਵੇ ਕਲੈਰਿਟੀ ਨਾਲ। ਆਵਾਜ਼ ਸਾਫ਼ ਨਹੀਂ ਸੀ ਆ ਰਹੀ ਸੀ ਬਾਕੀਆਂ ਨੂੰ, ਕਿਸੇ ਨੂੰ? नो सर। ਹੈਲੋ ਅਨੁਰਾਗ ਦੁਬਾਰਾ ਬੋਲ, ਸਹੀ ਤਰ੍ਹਾਂ ਬੋਲ, ਬਹੁਤ ਆਰਾਮ ਨਾਲ, ਕੋਈ ਗੱਲ ਨਹੀਂ, ਨੈਟਵਰਕ ਜਦੋਂ ਪ੍ਰੋਪਰ ਹੋਣ ਬੋਲ। ਅਨੁਰਾਗ ਅਨੁਰਾਗ ਦਾ ਨੈਟਵਰਕ ਨਹੀਂ ਹੈਗਾ। ਚਲੋ ਐ ਕਰੋ, ਜਿਵੇਂ ਹੁਣ ਇੱਥੇ ਦੇਖੋ ਪਿਊਸ਼ ਨੇ, ਦੇਖੋ ਇੱਥੇ ਕਾਫੀ ਕੁਝ ਘੁਮਾ ਫਿਰਾ ਕੇ ਇਹਦੇ ਵਿੱਚ ਕੀਤਾ ਨਾ, ਆ ਐ ਨਹੀਂ ਤਾਂ ਐ ਨਹੀਂ ਤਾਂ ਉਹ ਨਹੀਂ ਤਾਂ ਉਹ ਨਹੀਂ ਤਾਂ ਅਸਲ। ਅਨੁਰਾਗ ਨੇ ਵੀ ਕੁਝ ਪੁੱਛਿਆ ਇਸ ਤਰ੍ਹਾਂ ਦਾ, ਜਿੰਨੇ ਵੀ ਕਨੈਕਟਡ ਮੋਸ਼ਨ ਦੇ ਪ੍ਰੋਬਲਮਸ ਨੇ, ਟੈਂਸ਼ਨ ਦੇ ਬਾਰੇ, ਨਾਰਮਲ ਰਿਐਕਸ਼ਨ ਦੇ ਬਾਰੇ, ਉਹਨਾਂ ਨੂੰ ਤੁਸੀਂ ਸਾਰਿਆਂ ਨੇ ਇੱਧਰ ਆ ਕੇ ਦੇਖਣਾ ਹੈ। ਮੈਂ ਕਹਿ ਰਿਹਾ ਕਿ ਇਹਨਾਂ ਕੇਸ 'ਚ ਸਿਰਫ ਤੇਰੀ ਪਹਿਲੀ ਲਾਈਨ ਹੀ ਸੁਣੀ ਹੈ, ਫਿਰ ਅਨੁਰਾਗ ਮਿਊਟ ਆ ਤੂੰ। ਦੇਖ ਨਾ ਅਨੁਰਾਗ, ਪਹਿਲੀ ਗੱਲ ਤਾਂ ਇਹ ਕਿ ਇੱਥੇ ਮਾਸ ਕਾਂਸਟੈਂਟ ਹੀ ਆ, ਵੇਰੀਏਬਲ ਹੋਣ ਦਾ ਆਹੀ ਮਤਲਬ ਹੋ ਸਕਦਾ ਕਿ ਜੇ ਡੱਬੇ ਚੋਂ ਚੱਕ ਕੇ ਬਾਹਰ ਸੱਟਣ ਲੱਗ ਜਾਓ ਤੁਸੀਂ, ਜਾਂ ਬੰਦੇ ਚੱਲਦੀ ਟ੍ਰੇਨ ਤੋਂ ਛਾਲ ਮਾਰਨ ਲੱਗ ਜਾਣ, ਜਿਵੇਂ ਉਦਾਂ ਦੀ ਗੱਲ ਹੋਵੇ, ਤੇ ਜਦੋਂ ਮਾਸ ਵੇਰੀ ਕਰੇਗਾ ਤਾਂ ਸਭ ਕੁਝ ਵੇਰੀ ਕਰ ਜਾਏਗਾ ਆਬਵੀਅਸਲੀ। ਹੁਣ ਜੇ ਮਾਸ ਵੇਰੀ ਕਰਕੇ ਮੰਨ ਲਓ ਇਹ ਇਸ ਤਰ੍ਹਾਂ ਥੋੜੀ ਰਹਿ ਸਕਦਾ ਆ, ਜਿਵੇਂ ਮੰਨ ਲਓ ਮਾਸ ਵੇਰੀ ਕਰਕੇ ਆ 25 ਹੋ ਗਿਆ ਤੇ ਆ ਮੰਨ ਲਓ 50 ਹੀ ਆ, ਜੇ ਆ 25 ਹੋ ਗਿਆ 50 ਹੋ ਗਿਆ ਤਾਂ ਟੋਟਲ ਐਕਸਲਰੇਸ਼ਨ ਤੇ ਫਰਕ ਪੈ ਜਾਏਗਾ ਨਾ, ਫਿਰ 200 ਨਿਊਟਨ ਬਟਾ 75 ਆਏਗਾ ਨਾ, ਫਿਰ 75 ਕਿਲੋਗ੍ਰਾਮ, ਤਾਂ ਫਿਰ ਇਹ 75 ਦੇ ਹਿਸਾਬ ਨਾਲ ਆਏਗਾ, ਇਹ ਜਿੰਨਾ ਵੀ ਆਏਗਾ 25 30 75, 25 8 200, 8/3
मीटर पर सेकंड से, दिस विल बी एक्सेलरेशन, फिर 2.5 थोड़ी होगी। जो एक्सेलरेशन बदल जाएगी तो सब टेंशन ट्यूशन सब बदल जाएगा, नेट फोर्स भी बदल जाएंगे इथे। सो जो आ 25 हो गया था है, जो आ 45 हो गया तब जोर हो जाएगा फिर नीचे। सो सारी गल्लां ਤਾਂ वैलिड ही नहीं उस तरह होणगे ही। ਜਿਵੇਂ ਕਹਿੰਦਾ ਭਾਵੇਂ ਇੰਜਨ ਮੰਨ ਲਓ ਬਰਾਬਰ ਫੋਰਸ ਲਾ ਰਿਹਾ ਹੋਵੇ ਲਗਾਤਾਰ ਟ੍ਰੇਨ ਦਾ, ਤੇ ਤੁਸੀਂ ਕੀ ਕਰੋ, ਚਲਦੀ ਟ੍ਰੇਨ ਤੋਂ ਵਿੱਚ ਲੋਡਡ 2-3 ਡੱਬੇ ਹੋਣ, ਉਹ ਚੱਕ ਕੇ ਸਮਾਨ ਬੋਰੀਆਂ ਬਾਹਰ ਸਿੱਟਣਾ ਸ਼ੁਰੂ ਕਰ ਦਿਓ। ਜਿਵੇਂ ਜਿਵੇਂ ਤੁਸੀਂ ਸਮਾਨ ਬਾਹਰ ਸਿੱਟੀ ਜਾਓਗੇ ਤਾਂ ਓਵਰਆਲ ਪੂਰੀ ਟ੍ਰੇਨ ਦਾ ਮਾਸ ਘਟਦਾ ਜਾਏਗਾ, ਪਰ ਇੰਜਨ ਦਾ ਫੋਰਸ ਨਹੀਂ ਹੈ, ਤਾਂ ਉਹ ਟ੍ਰੇਨ ਦੀ ਐਕਸਲਰੇਸ਼ਨ ਕੀ ਹੋਏਗੀ, ਵੱਧ ਜੂਗੀ, ਹੈ ਨਾ। ਸੋ ਇਹ ਚੰਗੀ ਗੱਲ ਹੈ, ਤੁਸੀਂ ਇਹਦੇ ਵਿੱਚ ਡਿਸਕਸ਼ਨ ਪਾਰਟ ਕਰ ਰਹੇ ਹੋ। ਤੁਸੀਂ ਜਿੰਨਾ ਨਿਊਟਨਸ ਲਾਜ਼ ਨੂੰ, ਉਹਦੇ ਇੰਪੈਕਟ ਨੂੰ, ਕੰਸੀਕੁਐਂਸਿਸ ਨੂੰ ਜਿੰਨਾ ਚੰਗੀ ਤਰ੍ਹਾਂ ਸਮਝੋਗੇ ਉਨਾ ਵਧੀਆ ਰਹੇਗਾ ਆਪਣੇ ਲਈ, ਹਮੇਸ਼ਾ ਲਈ ਪੂਰੀ ਫਿਜ਼ਿਕਸ ਦੇ ਵਿੱਚ। ਸੋ ਮੈਂ ਉਮੀਦ ਕਰਦਾ ਕਿ ਤੁਸੀਂ ਹੋਰ ਵੀ ਕੁਝ ਨਵੀਆਂ ਚੀਜ਼ਾਂ ਲੈ ਕੇ ਆਓਗੇ, ਇਦਾਂ ਦੀਆਂ ਹੋਰ ਨਵੇਂ ਕੁਐਸਚਨ ਲੈ ਕੇ ਆਓਗੇ, ਮੈਨੂੰ ਭੇਜਿਓ, WhatsApp ਗਰੁੱਪ 'ਚ ਵੀ ਡਿਸਕਸ ਕਰਿਓ, ਉਹਨਾਂ 'ਚ ਕੁਝ ਸਿਲੈਕਟਡ ਚੀਜ਼ਾਂ ਜਿਹੜੀਆਂ ਹੋਈਆਂ ਮੈਂ ਇੱਥੇ ਕਰ ਲਵਾਂਗਾ। ਹਾਂਜੀ, ਜਿਹੜਾ ਰॉकेट वाला क्वेश्चन ਦਿੱਤਾ ਹੈ ਮਾਸ ਆਫ ਰॉकेट, ਉਹ ਬਿਲਕੁਲ ਡਿਫਰੈਂਟ ਹੈ। ਉੱਥੇ ਤਾਂ ਲਗਾਤਾਰ ਉਹ 'ਚੋਂ ਫਿਊਲ ਨਿਕਲ ਰਿਹਾ ਨਾ। ਅਨੁਰਾਗ, ਜਿਹੜਾ ਤੂੰ ਆ ਕੁਐਸਚਨ ਪਾ ਰਿਹਾ ਪ੍ਰਾਈਵੇਟਲੀ ਨਹੀਂ, ਇਹਨੂੰ ਐਵਰੀਵਨ 'ਚ ਭੇਜਿਆ ਕਰੋ, ਜਦੋਂ ਵੀ ਚੈਟ ਵਿੱਚ ਭੇਜਿਆ ਕਰੋ, ਕੁਝ ਵੀ ਸਾਰੇ ਜਣੇ ਮੈਨੂੰ ਪ੍ਰਾਈਵੇਟਲੀ ਮੈਸੇਜ ਨਹੀਂ ਭੇਜਿਆ ਕਰੋ, ਐਵਰੀਵਨ ਨੂੰ ਭੇਜਿਆ ਕਰੋ ਤਾਂ ਕਿ ਸਾਰੇ ਬੱਚੇ ਦੇਖ ਸਕਣ ਕੀ ਪੁੱਛ ਰਹੇ ਹੋ ਤੁਸੀਂ। ਤੇ ਉਹ ਰॉकेट ਵਾਲਾ ਕਰ ਲਾਂਗੇ ਆਪਾਂ, ਕੋਈ ਗੱਲ ਨਹੀਂ। ਫਿਲਹਾਲ ਪਤਾ ਕੀ ਉਹ ਤੁਹਾਡੇ ਇੱਥੇ CBSE ਦੇ ਉਹਦੇ 'ਚ ਸਿਲੇਬਸ ਨਹੀਂ ਹੈ, ਇਸ ਲਈ ਮੈਂ ਉਹਨੂੰ ਹਲੇ ਮੈਂ ਐਗਜ਼ਾਮਸ ਦੇ ਪੁਆਇੰਟ ਆਫ ਵਿਊ ਤੋਂ ਹਲੇ ਨਹੀਂ ਲਿਆ ਸੀ ਤੁਹਾਨੂੰ, ਉਹ ਕਰਾਂਗੇ ਆਪਾਂ, ਕੋਈ ਗੱਲ ਨਹੀਂ। ठीक है जी, चलो बात करते हैं। थैंक यू सर। थैंक यू सर।